सना जी, क्या हाल है आपका? कैसी हैं आप? ठीक हैं? क्या बात है, बड़ा खूबसूरत गाना लगाया। थैंक यू फॉर प्लेइंग सच ऑल वंडरफुल गुड इद्वी जी एंड मैंने पहले भी एक दफ़ा कहा था इद्वी जी जब मेरी मदर रूठ जाती है ना तो मेरे जो फादर ये गाना बजा के उनको मनाते हैं तो ये गाना इसलिए याद है मुझे क्या बात है, क्या बात है, क्या बात है। पंकज जी का भी स्वागत करते हैं। पंकज जी, की हाल है जी? ठीक है जी? बहुत ਵਧੀਆ ਜੀ ਬਹੁਤ ਵਧੀਆ ਵਾਕਈ ਸਾਰਾ ਜੀ ਇਹ ਤਾਂ ਬੜੀ ਇੰਟਰਸਟਿੰਗ ਗੱਲ ਹੈ जी ਵੇਖੋ ਵੇਖੋ ਬੱਚਿਆਂ ਨੂੰ ਕਿਵੇਂ ਯਾਦ ਰਹਿੰਦਾ ਆਪਦੇ ਪੇਰੈਂਟਸ ਦਾ ਕਿਉਂਕਿ ਉਹ ਸਾਰਿਆਂ ਨੇ ਵੇਖਿਆ ਆਪਦੇ ਪੇਰੈਂਟਸ ਨੂੰ ਲੜਾਈ ਵੀ ਕਰਦੇ ਨੇ ਮਨਾਉਂਦੇ ਹੋਏ ਆਪਸ ਸਾਰਾ ਕੁਝ ਹੁੰਦੇ ਹੋਏ ਸੋ ਕੁਝ ਚੀਜ਼ਾਂ ਨੇ ਜਿਹੜੀਆਂ ਨਾਲ ਸਾਡੇ ਸਟਿਕ ਕਰਦੀਆਂ ਨੇ ਲਾਈਫ जी, पीके जी का भी स्वागत करते हैं। पीके जी, वेलकम बैक सर। Thank you very much, Yudhvir ji, and very good afternoon to all our listeners. जी Yudhvir जी जी जी, गुड आफ्टरनून जी, गुड आफ्टरनून जी जी। एक बार ओपनिंग स्टेटमेंट क्विकली सुनाएंगे ब्रीफ ਦੇ ਵਿੱਚ 1 मिनट, ਉਸ ਤੋਂ ਬਾਅਦ ਕਾਲਸ ਔਰ ਕੁਝ ਸਵਾਲ ਵੀ ਹੋਣਗੇ। ਪੀਕੇ ਜੀ, ਵਿਲ ਸਟਾਰਟ ਵਿਦ ਓਪਨਿੰਗ ਸਟੇਟਮੈਂਟ। जी मैं जिस तरह पहले प्रोग्राम से कह रहा ਸੀਗਾ कि इस वक्त ਜਿਹੜਾ ਹੈਗਾ ਇਹ ਬਾਇਸ ਦੀ ਮਾਰਕੀਟ ਬਣੀ ਹੋਈ ਹੈ। प्लीज रश ना करो, जल्दबाजी ना करो जब तक ਤੁਹਾਨੂੰ ਚੰਗੀ ਨੈਗੋਸੀਏਸ਼ਨ ਦੇ ਅੰਦਰ ਤੁਸੀਂ ਵਿਨ ਨਹੀਂ ਕਰ ਜਾਂਦੇ ਕਿਉਂਕਿ ਉਹ ਟਾਈਮ ਸੀ ਜਿਸ ਵਕਤ ਤੁਸੀਂ ਲਾਈਨ ਤੇ ਖੜੇ 20 30 40 ਹਜ਼ਾਰ ਬਿਲਡਰ ਨੂੰ ਫਾਲਤੂ ਦੇ ਦਿੰਦੇ ਸੀ ਕਿਉਂਕਿ ਲਾਈਨ ਲੱਗੀ ਹੋਈ ਸੀ ਔਰ ਉਹ ਤੁਹਾਡੀ ਇਸ ਕਮਜ਼ੋਰੀ ਦਾ ਫਾਇਦਾ ਚੁੱਕ ਰਿਹਾ ਸੀਗਾ। ਅੱਜ ਤੁਸੀਂ ਬਿਲਡਰਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕੋ, ਬੜੇ ਮੋٹے ਡਿਸਕਾਊਂਟਸ ਮਿਲ ਰਹੇ ਨੇ। ਅਸੀਂ ਜੋ ਪ੍ਰਾਈਸ ਲਿਸਟ ਨੈਗੋਸ਼ੀਏਟ ਕੀਤੀ ਉਹਦੇ ਇਲਾਵਾ ਵੀ ਇਹਨਾਂ ਕੋਲ ਹੋਰ ਨੈਗੋਸ਼ੀਏਟ ਕਰਕੇ ਤੁਹਾਨੂੰ ਦੇ ਰਹੇ ਹਾਂ। ਪਿਛਲੇ ਹਫਤੇ ਮੈਂ ਕਰੀਬ 14-15 ਜਿਹੜੇ ਨੇ ਉਹ ਕੌਂਡੋਜ਼ ਵੇਚੇ ਨੇ ਔਰ ਉਹ ਜਿੰਨੇ ਵੀ ਸਾਰੇ ਲਿਸਨਰ ਸੁਣ ਰਹੇ ਹੋਣਗੇ ਉਹ हैरान हो रहे थे कि किस तरह 2-2 साल की उन्होंने पॉजिटिव कैश फ्लो की गारंटी और ये और वो रेंटल टॉप अप पर स्क्वायर फीट डिस्काउंट $200 तक असं दिलवाया पर स्क्वायर फीट। उसके अलावा भी और बहुत कुछ तो इस करके जल्दबाजी ना करो, सानू मिलो। उसके अंदर टाउन होम भी है ने, सेमी अटैच भी है ने, डिटैच घर भी ने और कॉन्डो अपार्टमेंट्स भी ने, प्री कंस्ट्रक्शन भी है। रीसेल के अंदर भी बड़े ह्यूज डिस्काउंट असं दिलवाए ने बायर्स को, बायर्स नू और ਨੈਗੋਸ਼ੀਏਟ ਕੀਤਾ ਹੈ। ਬਿਲਕੁਲ ਹਿਦਾਇਤ ਹੈ ਸਾਡੇ ਆਫਿਸ ਏਜੰਟਸ ਨੂੰ ਕਿ ਜ਼ਬਰਦਸਤ ਤੁਸੀਂ ਨੈਗੋਸ਼ੀਏਟ ਕਰਨਾ ਹੈਗਾ ਔਰ ਜਿਹੜੇ ਸੈਲਰਸ ਨੇ ਜਿਨ੍ਹਾਂ ਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਅਗਰ ਉਹ ਅਨਰੀਜ਼ਨੇਬਲ ਹੈਗੇ ਨੇ ਅਸੀਂ ਉਹਨਾਂ ਦੀ ਲਿਸਟਿੰਗ ਹੀ ਨਹੀਂ ਕਰ ਰਹੇ। ਅਸੀਂ ਕਿਹਾ ਜੀ ਨਹੀਂ, ਯੂ ਹੈਵ ਟੂ ਬੀ ਰੀਅਲਿਸਟਿਕ ਟੂ ਦ ਮਾਰਕੀਟ। ਐਵੇਂ ਅਸੀਂ ਹਾਈ ਪ੍ਰਾਈਸ ਤੇ ਲਿਸਟ ਕਰ ਰਹੀ ਹੈ, ਕੱਲ ਨੂੰ ਨਾ ਵਿਕੇ ਤਾਂ ਬਦਨਾਮ ਹੋਏਗਾ ਟੀਮ ਸਬਰਵਾਲ ਜਾਂ ਨਿਊਜ਼ੀਲੈਂਡ ਰਿਅਲਟੀ ਐਕਸਪਰਟਸ। ਤੇ ਇਸ ਕਰਕੇ ਅਸੀਂ ਇਸ ਤਰੀਕੇ ਨਾਲ ਅਸੀਂ ਐਥੀਕਲੀ ਬੜੀ ਸਟਰੋਂਗ ਚੱਲ ਰਹੇ ਹਾਂ। ਜਸਟ ਕੰਟੈਕਟ ਅਸ ਐਂਡ ਦੈਨ ਯੂ ਵਿਲ ਸੀ ਹਾਊ ਵੀ ਟੇਕ ਯੂ टू द प्रॉफिट। एक गल और क्विकली कहना चाहवागा, ਅਸੀਂ ਜਿਹੜੀ ਗੱਲ ਕਰ ਰਹੇ ਸੀ ਮਿਡਲ ਆਫ ਜਨਵਰੀ ਅਸੀਂ ਬੱਸ ਦੀ ਗੱਲ ਕਰ ਰਹੇ ਸੀ, ਮੈਨੂੰ ਬਹੁਤ ਸਾਰੇ ਮੈਸੇਜ ਆਣੇ ਸ਼ੁਰੂ ਹੋ ਗਏ। ਪਲੀਜ਼ ਮੈਨੂੰ ਅਜੇ ਮੈਸੇਜ ਨਾ ਭੇਜੋ, ਅਜੇ ਤਾਂ ਸਿਰਫ ਪ੍ਰੀਲਿਮਿਨਰੀ ਹੈਗਾ। ਵੀ ਆਰ ਪਲੈਨਿੰਗ ਤੇ ਜਿਸ ਵਕਤ ਇਹਦੀ ਐਡ ਸ਼ੁਰੂ ਹੋਏਗੀ, ਮਾਰਕੀਟਿੰਗ ਸ਼ੁਰੂ ਹੋਏਗੀ ਜਾਂ ਇਹਦੇ ਬਾਰੇ ਕਹਿਣਾ ਸ਼ੁਰੂ ਕਰਾਂਗੇ ਅਸੀਂ ਫਸਟ ਵੀਕ ਆਫ ਜਨਵਰੀ ਤੋਂ, ਉਹਦੇ ਬਾਅਦ ਅਸੀਂ ਗੱਲ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਐਂਟਰਟੇਨ ਕਰਾਂਗੇ। ਉਸ ਤੋਂ ਪਹਿਲੇ ਮੈਸੇਜ ਦੇਣਾ ਬੰਦ ਕਰ ਦਿਓ। ਬਟ ਯੈਸ ਵੀ ਆਰ ਵੈਰੀ ਸਟਰੋਂਗਲੀ ਮੇਕਿੰਗ ਏ ਡਿਸੀਜਨ ਸ਼ਾਰਟਲੀ ਕਿ ਵੀ ਅਸੀਂ ਇੱਕ ਬੱਸ ਟੂਰ ਜ਼ਰੂਰ ਕਰਨਾ ਹੈਗਾ। 1 ਜਾਂ 2 ਬੱਸਾਂ ਦਾ ਕਰਾਂਗੇ ਅਗਰ ਬੰਦੇ ਜ਼ਿਆਦਾ ਹੋ ਗਏ ਤੇ, ਜਿਹਦੇ ਅੰਦਰ ਸੈਮੀਨਾਰ ਟਾਈਪ ਚੱਲੇਗਾ ਔਰ ਅਸੀਂ ਪੂਰਾ ਦਿਖਾਵਾਂਗੇ ਟੋਰਾਂਟੋ ਸਕਾਈ ਲਾਈਨ ਔਰ ਕਿਸ ਤਰੀਕੇ ਨਾਲ ਪ੍ਰਾਪਰਟੀਆਂ ਵਿਕੀਆਂ ਜਾਂਦੀਆਂ ਨੇ, ਕਿਉਂ ਕਿਹੜੀ ਕਾਮਯਾਬ ਹੋਈ, ਕਿਉਂ ਕਿਹੜੀ ਕਾਮਯਾਬ ਨਹੀਂ ਹੋਈ, ਕਿਹੜਾ ਇੰਟਰਸੈਕਸ਼ਨ ਕੀ ਕਰਦਾ ਹੈਗਾ, ਕੀ ਉਹਦੀ ਡੈਮੋਗ੍ਰਾਫਿਕਸ ਹੈਗੀ। ਬਹੁਤ ਸੋਹਣੀ ਨੌਲੇਜ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਆਪਣੇ ਲਿਸਨਰਸ ਨੂੰ। ਜੀ ਯਦਵੀਰ ਜੀ ਠੀਕ ਹੈ ਜੀ। ਇਸ ਤੋਂ ਪਹਿਲਾਂ ਕਿ ਕਾਲ ਸਟਾਰਟ ਕਰੀਏ, ਪੰਕਜ ਜੀ ਤੁਸੀਂ ਆਪਣੀ ਗੱਲ ਕਰ ਲਓ, ਫਿਰ ਗਿਰੀਸ਼ ਜੀ ਤੋਂ ਸ਼ੁਰੂ ਕਰਾਂਗੇ ਕਾਲ। ਗਿਰੀਸ਼ ਜੀ ਹੋਲਡ ਕਰੋ, ਬਾਕੀ ਕੋਲ ਰਿਕੁਐਸਟ ਹੋਲਡ ਕਰਨਾ। ਪੰਕਜ ਜੀ, ਕੋਈ ਸਰਵਿਸਿਜ਼ ਬਾਰੇ ਕੋਈ ਵੀ ਆਪਣੇ ਜਿਸ ਤਰ੍ਹਾਂ ਪੀਕੇ ਜੀ ਨੇ ਦੱਸਿਆ ਕੋਈ ਪ੍ਰੋਜੈਕਟ, ਕੋਈ ਸਰਵਿਸਿਜ਼ ਬਾਰੇ ਕੋਈ ਓਪਰਚੁਨਿਟੀ ਮੇਨ ਤੇ ਉਹ ਦੱਸੋ ਪਹਿਲਾਂ। ਬਿਲਕੁਲ ਯੂਪੀ ਜੀ, ਬੇਸਿਕਲੀ ਕਿਸੇ ਤਰ੍ਹਾਂ ਦੀ ਵੀ ਅਗਰ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਕਿਉਂਕਿ ਅਸੀਂ ਪਿਛਲਾ ਸਾਲ ਜਿਹੜਾ ਦੇਖਿਆ ਹੈ ਕਾਫੀ ਪੋਜ਼ਿਟਿਵ ਗਿਆ ਸਟਾਕ ਮਾਰਕੀਟ 'ਚ ਔਰ ਅਗਲੇ ਆਉਣ ਵਾਲੇ ਸਾਲ 2 ਸਾਲ ਵੀ ਅਸੀਂ ਇਹੀ ਦੇਖ ਕੇ ਚੱਲ ਰਹੇ ਹਾਂ ਕਿਉਂਕਿ ਅਸੀਂ 22 ਜਿਹੜਾ ਹੈ ਅਸੀਂ ਡਾਊਨ ਟਰਨ ਦੇਖਿਆ ਸੀ। ਸੋ ਹੁੰਦਾ ਕੀ ਹੈ ਨੋਰਮਲੀ ਜਦੋਂ ਇੱਕ ਡਾਊਨ ਟਰਨ ਆਉਂਦਾ ਉਸ ਤੋਂ ਬਾਅਦ ਕੁਝ ਈਅਰ ਸਾਡੇ ਵਾਸਤੇ ਕਾਫੀ ਪੋਜ਼ਿਟਿਵ ਹੁੰਦੇ ਨੇ ਔਰ ਪੋਜ਼ਿਟਿਵ ਇਸ ਵਾਸਤੇ ਵੀ ਨੇ ਲੌਜਿਕ ਹੁੰਦਾ ਇਹਦੇ ਪਿੱਛੇ। ਲੌਜਿਕ ਇਹ ਹੈ ਸਰ, ਜਿਹੜੀ ਸਟਾਕ ਮਾਰਕੀਟ ਹੈ ਉਹ ਹਮੇਸ਼ਾ ਫਾਰਵਰਡ ਲੁਕਿੰਗ ਚੱਲਦੀ ਹੈ, ਉਹ ਕਦੇ ਵੀ ਅੱਜ ਦੀ ਡੇਟ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਹੈ। ਉਹ ਹਮੇਸ਼ਾ ਫਾਰਵਰਡ ਦੇਖਦੀ ਹੈ ਕਿ ਅਗਾਂਹ ਆਉਣ ਵਾਲਾ ਟਾਈਮ ਕੀ ਹੈ। ਅੱਜ ਮੈਂ ਇਨਵੈਸਟ ਕਰਾਂਗਾ ਤਾਂ ਸਾਲ ਬਾਅਦ ਮੈਂ ਕੀ ਕਮਾਵਾਂਗਾ, 1.5 ਸਾਲ ਬਾਅਦ ਮੈਂ ਕੀ ਕਮਾਵਾਂਗਾ। ਸੋ ਅਸੀਂ ਇਨਵੈਸਟਮੈਂਟ ਲੌਂਗ ਟਰਮ ਇਨਵੈਸਟਮੈਂਟ 'ਚ ਚੱਲਦੇ ਹਾਂ ਵੀ ਜਿਵੇਂ ਜਿਵੇਂ ਇੰਟਰਸਟ ਰੇਟ ਥੱਲੇ, ਜਿਵੇਂ ਹੁਣ ਹਰ ਕੋਈ ਜਾਣਦਾ ਹੈ ਕਿ ਇੰਟਰਸਟ ਰੇਟ ਵਧਣੇ ਬੰਦ ਹੋ ਗਏ ਨੇ, ਚਾਹੇ US ਲੈ ਲਈਏ ਚਾਹੇ ਅਸੀਂ ਕੈਨੇਡਾ ਲੈ ਲਈਏ ਔਰ ਆਉਣ ਵਾਲਾ ਟਾਈਮ ਹੈ ਜਾਂ ਟਾਈਮ ਹੈ ਜਿਸ 'ਚ ਕਿ ਉਹ ਧੀਰੇ ਧੀਰੇ ਕਰਕੇ ਇੰਟਰਸਟ ਰੇਟ ਘਟਾਉਣਗੇ। ਅਗਰ ਧੀਰੇ ਧੀਰੇ ਕਰਕੇ ਇੰਟਰਸਟ ਰੇਟ ਘਟਾਉਣਗੇ ਤਾਂ ਇੰਪੈਕਟ ਆਮ ਆਦਮੀ ਨੂੰ ਨਹੀਂ ਕਾਰਪੋਰੇਸ਼ਨਸ ਨੂੰ ਵੀ ਆਉਂਦਾ ਹੈ। ਕਿਉਂ ਮੈਂ ਤੁਹਾਨੂੰ ਦੋ ਤਰੀਕੇ ਦੱਸ ਦੇਣਾ, ਛੋਟਾ ਜਿਹਾ ਟਾਈਮ ਲੈ ਰਿਹਾ। ਉਹ ਜਿਵੇਂ ਕੰਜ਼ਿਊਮਰ ਨੂੰ ਬੈਨੀਫਿਟ ਹੋਣਾ ਸ਼ੁਰੂ ਹੋਏਗਾ, ਜਿਹੜੇ ਕਿ ਅਸੀਂ ਲੋਕ ਹੈਗੇ ਆ, ਅਸੀਂ ਸਮਾਨ ਖਰੀਦਣਾ ਸ਼ੁਰੂ ਕਰਾਂਗੇ ਕਿਉਂਕਿ ਸਾਡੇ ਕੋਲ ਪੈਸਾ ਬਚਣਾ ਸ਼ੁਰੂ ਹੋਏਗਾ, ਅਸੀਂ ਹੋਰ ਚੀਜ਼ਾਂ 'ਚ ਜਾਵਾਂਗੇ। ਹੁਣ ਜਿਹੜੇ ਕਾਰਪੋਰੇਸ਼ਨ ਨੇ ਜਿਹੜੀਆਂ ਵੇਚ ਰਹੀਆਂ ਨੇ ਸਰ, ਉਹਨਾਂ ਤੇ ਵੀ ਵੱਡੇ ਵੱਡੇ ਲੋਨ ਚੱਲਦੇ ਨੇ, ਕਮਰਸ਼ੀਅਲ ਲੋਨ ਬਹੁਤ ਹੁੰਦੇ ਨੇ, ਮਿਲੀਅਨ ਡਾਲਰ ਦੇ ਉਹਨਾਂ ਦੇ ਲੋਨ ਹੁੰਦੇ ਨੇ। ਉਹਨਾਂ ਦਾ ਪ੍ਰੋਫਿਟ ਉੱਥੋਂ ਵੀ ਵਧੇਗਾ ਤੇ ਕੰਜ਼ਿਊਮਰ ਵੀ ਖਰੀਦੇਗਾ। ਸੋ ਕਾਰਪੋਰੇਸ਼ਨ ਦਾ ਜਿਹੜਾ ਪ੍ਰੋਫਿਟ ਹੈ ਉਹ 2 ਜਗ੍ਹਾ ਤੋਂ ਵਧਣਾ
ਕਰਨਾ ਸ਼ੁਰੂ ਹੁੰਦਾ ਹੈ। ਸੋ ਹੁਣ ਤੁਸੀਂ ਦੇਖੋ ਕਿ ਜੇ ਉਸ ਕਾਰਪੋਰੇਸ਼ਨ ਦਾ ਅਗਰ ਤੁਸੀਂ ਸਟਾਕ ਖਰੀਦਿਆ ਹੋਇਆ ਜਾਂ ਉਸ 'ਚ ਇਨਵੈਸਟਮੈਂਟ ਕੀਤੀ ਹੋਈ ਨੇ, ਅਗਰ ਉਹਦਾ ਪ੍ਰੋਫਿਟ ਵੱਧ ਰਿਹਾ ਤਾਂ ਸਟਾਕ ਦੀ ਵੈਲਿਊ ਉੱਪਰ ਜਾਣੀ ਹੈ। ਸੋ ਆਉਣ ਵਾਲਾ ਜਿਹੜਾ ਟਾਈਮ ਹੈ, ਅਗਰ ਫਾਰਵਰਡ ਲੁਕਿੰਗ ਅਸੀਂ ਦੇਖ ਕੇ ਚੱਲੀਏ ਸਟਾਕ ਮਾਰਕੀਟ ਨੂੰ, ਤਾਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਕਿ ਬੈਨੀਫਿਟ ਜਾਣਗੀਆਂ ਅਗਲੇ ਸਾਲ ਔਰ ਉਸ ਤੋਂ ਅਗਲੇ ਸਾਲ ਵੀ। ਸੋ ਹੁਣ ਟਾਈਮ ਹੈ, ਅਗਰ ਤੁਸੀਂ ਇਨਵੈਸਟ ਕਰਨਾ ਚਾਹ ਰਹੇ ਹੋ, ਨਵਾਂ ਸਾਲ ਸ਼ੁਰੂ ਹੋ ਰਿਹਾ, ਸਾਨੂੰ ਬੈਲੈਂਸ ਕਰਕੇ ਆਪਦੀ ਚੀਜ਼ ਨੂੰ ਪੋਜੀਸ਼ਨ ਕਰਕੇ ਉਸ ਜਗ੍ਹਾ ਤੇ ਬੈਠ ਜਾਣਾ ਚਾਹੀਦਾ ਜਿੱਥੇ ਕਿ ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ 'ਚ ਅਸੀਂ ਮਨੀ ਕਮਾਵਾਂਗੇ। ਜੀ ਦਵੇਦ ਜੀ। ਮੋਗਾ ਸਾਹਿਬ, ਮੈਂ ਰਿਪੋਰਟ ਪੜ੍ਹ ਰਹੀ ਸੀ ਜਿਹੜੀ ਤੁਸੀਂ ਮੈਨੂੰ ਭੇਜੀ ਸੀ, ਉਹਦੇ ਅੰਦਰ ਤਾਂ ਪ੍ਰੋਫਿਟ ਪਲੱਸ ਆਉਣਾ ਸ਼ੁਰੂ ਹੋ ਗਿਆ, ਬੜਾ ਵਧੀਆ ਇਹਨਾਂ ਦਿਨਾਂ ਜੀ। ਥੈਂਕ ਯੂ ਸਰ। ਅੱਜ ਵਧੀਆ ਸ਼ੇਅਰ ਮੈਂ ਤਾਂ ਜ਼ੀਰੋ ਇਸ ਮਾਮਲੇ 'ਚ, ਮੈਨੂੰ ਪਤਾ ਨਹੀਂ, ਪਰ ਤੁਹਾਡੀ ਰਿਪੋਰਟ ਦੇਖ ਕੇ ਜਾਂ ਤੁਸੀਂ ਮੈਨੂੰ ਭੇਜ ਦਿਓ, ਮੰਥਲੀ ਜਿਹੜੀ ਭੇਜ ਦਿਓ, ਉਹਦੇ ਅੰਦਰ 15 ਦਿਨਾਂ 'ਚ ਪੈਸਾ ਚਾਹੀਦਾ ਵਧਣਾ ਸ਼ੁਰੂ ਹੋਇਆ ਨਹੀਂ ਜੀ। ਅਗਲੇ ਕਾਫੀ ਪਿਛਲੇ ਕਾਫੀ ਠੀਕ ਨੇ ਜੀ, ਅਗਾਂਹ ਵੀ ਹੁਣ ਵਧੇਗਾ। ਥੈਂਕ ਯੂ। ਵਧੇਗਾ। ਵੈਰੀ ਗੁੱਡ। ਥੈਂਕ ਯੂ ਜੀ। ਮੈਨੂੰ ਐਂਡੋਰਸ ਕਰ ਦਿੰਦੇ ਨੇ ਕਿਉਂਕਿ ਉਹਨਾਂ ਦਾ ਅਕਾਊਂਟ ਹੈਗਾ। ਥੈਂਕ ਯੂ। ਨਹੀਂ ਮੇਰੇ ਕੋਲ 2 ਗਾ ਨਾ, ਹੁਣ ਤਾਂ ਮੇਰੀ ਬੇਟੀ ਦਾ ਵੀ ਅਕਾਊਂਟ ਹੈ ਨਾ ਉਹਨਾਂ ਕੋਲ, ਤੇ ਫਿਰ ਮੇਰੀ ਬੇਟੀ ਨਾਲ ਵੀ ਮੇਰੀ ਗੱਲ ਚੱਲਦੀ ਰਹਿੰਦੀ ਹੈ, ਤੇ ਫਿਰ ਉਹ ਬੇਟੀ ਵੀ ਮੈਨੂੰ ਦੱਸਦੀ ਰਹਿੰਦੀ ਹੈ ਕਿ ਡੈਡ, ਅੱਛਾ ਉਹਨੇ ਬੜੇ ਵਧੀਆ ਟਾਈਮ 'ਤੇ ਸ਼ੁਰੂ ਕੀਤਾ ਤੁਹਾਡੇ ਨਾਲ, ਤੇ ਕਿਉਂਕਿ ਉਹਨੇ ਤੇ ਲੋਐਸਟ ਪ੍ਰਾਈਸ ਤੋਂ ਸ਼ੁਰੂ ਕੀਤਾ ਸੀ, ਤਾਂ ਉਹਦਾ ਤਾਂ ਬਲਕਿ ਜ਼ਿਆਦਾ ਚੰਗਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ। ਬਿਲਕੁਲ ਜੀ। ਸਰ ਗੱਲ ਇੰਡੋਰਸਮੈਂਟ ਦੀ ਨਹੀਂ ਹੈ ਪੰਕਜ ਜੀ। ਹੁਣ ਅੱਜ ਇੰਨੇ ਸਾਲ ਹੋ ਗਏ ਆ, ਨੋਟ ਈਵਨ ਅ ਸਿੰਗਲ ਕਾਲ ਜਿਨ੍ਹਾਂ ਨੇ ਕੋਈ ਸਵਾਲ ਕੀਤਾ ਹੋਵੇ, ਸਾਰਿਆਂ ਨੇ ਇਹੀ ਕਿਹਾ ਕਿ ਪੰਕਜ ਜੀ ਵੱਲੋਂ ਹਮੇਸ਼ਾ ਬੜੀ ਵਧੀਆ ਸਰਵਿਸ ਮਿਲੀ ਹੈ, ਹਮੇਸ਼ਾ ਵਧੀਆ ਸਲਾਹ ਮਿਲੀ ਹੈ। ਸੇਮ ਔਰ ਪੀਕੇ ਜੀ ਐਜ਼ ਵੈਲ। ਪੀਕੇ ਜੀ ਦੀ ਇੱਕ ਹੀ ਗੱਲ ਹੋ ਸਕਦੀ ਹੈ ਕਿ ਇਹ ਕਹਿ ਸਕਦੇ ਨੇ ਕਿ ਭਾਈ ਹੁਣ ਤੂੰ ਕਿਸੇ ਨੂੰ ਇਹ ਜ਼ਰੂਰ ਕਿਹਾ ਹੋਏਗਾ ਕਿ ਤੂੰ 2 ਇਕੱਠੀਆਂ ਨਾ ਲੈ, ਜਾਂ ਤੂੰ ਇੰਨੀ ਪ੍ਰਾਪਰਟੀ ਲੈ ਲਈ ਹੈ, ਮਨਾ ਜ਼ਰੂਰ ਕਰਦੇ ਹੋਣਗੇ, ਸਮਝਾਇਆ ਜ਼ਰੂਰ ਹੋਏਗਾ ਕਿ ਭਾਈ ਤੂੰ ਥੋੜਾ ਆਰਾਮ ਨਾਲ ਚੱਲ, ਹੌਲੀ ਚੱਲ। ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ, ਖੁਦ ਹੀ ਮੈਂ ਡਰਨ ਬਹਿ ਜਾਣਾ, ਯਾਰ ਜ਼ਿਆਦਾ ਵੱਡਾ ਤੇ ਨਹੀਂ ਕਿਤੇ ਰਿਸਕ ਹੋ ਗਿਆ, ਤੇ ਆਪਣੇ ਡਰ ਨੂੰ ਬਚਾਉਣ ਵਾਸਤੇ ਮੈਂ ਦੂਜੇ ਨੂੰ ਮਨਾ ਕਰ ਦਿੰਦਾ ਫਿਰ, ਤਾਂ ਕਿ ਮੇਰੀ ਨੀਂਦਰ ਨਾ ਖਰਾਬ ਹੋ ਜਾਏ ਰਾਤ ਦੀ। ਪਤਾ ਚੱਲੇ ਕਿ ਬਈ ਲਾਸ ਉਹਨੂੰ ਹੋ ਰਿਹਾ, ਨੀਂਦਰ ਮੇਰੀ ਉੜ ਗਈ ਨਾਲ ਹੀ, ਉਹ ਨਹੀਂ ਹੋਇਆ। ਪੀਕੇ ਜੀ ਨੇ ਜੀ ਮੈਂ ਵੀ ਦੱਸ ਦੇਣਾ ਹੁਣ, ਪੀਕੇ ਜੀ ਨਾਲ ਮੈਂ ਗੱਲ ਕਰ ਰਿਹਾ ਸੀ ਇੱਕ ਦਿਨ, ਮੈਂ ਕੁਝ ਕਮਰਸ਼ੀਅਲ ਖਰੀਦਣਾ ਚਾਹ ਰਿਹਾ ਸੀਗਾ, ਪੀਕੇ ਨਹੀਂ ਜਿੱਥੇ ਤੂੰ ਬੈਠਾ ਹੈ ਉਹ ਤੇਰੇ ਵਾਸਤੇ ਉਹ ਉੱਥੇ ਬਹੁਤ ਜ਼ਿਆਦਾ ਮਹਿੰਗਾ ਹੋ ਜਾਏਗਾ, ਉਹ ਤੂੰ ਨਾ ਯਾਦ ਆ ਗਿਆ, ਬਹੁਤ ਸਸਤਾ ਦੇ ਰਿਹਾ। ਜੀ ਯਾਦ ਆ ਗਿਆ ਜੀ। ਉਹ ਹੱਥ ਹੀ ਨਹੀਂ ਲਾਇਆ ਉਸ ਪ੍ਰੋਪਰਟੀ ਨੂੰ। ਹਾਂ ਜੀ ਜੀ ਬਿਲकुल, क्योंकि कमर्शियल ना हाल थोड़ा ਜਿਹਾ ਖਰਾਬ ਹੋਣ ਵਾਲਾ ਇਸ ਵਕਤ, ਤੇ ਜਾਂ ਤੇ ਨੈਗੋਸ਼ੀਏਸ਼ਨ ਚੰਗੀ ਹੋ ਜਾਏ ਇਸ ਵਕਤ, ਕਿਉਂਕਿ ਤੁਸੀਂ ਦੇਖਿਆ ਹੀ ਹੋਏਗਾ ਜਿਹੜੀ ਹੁਣ ਸੀਬਾ ਲੋਨ ਦੀ ਜਿਹੜੀ ਗੱਲ ਚੱਲ ਰਹੀ ਹੈ ਇਸ ਵਕਤ, ਉਹਨੂੰ ਐਕਸਟੈਂਡ ਕਰਨ ਦੀ ਗੱਲ ਚੱਲ ਰਹੀ ਹੈ, ਔਰ ਜਿਹੜੀ ਦਿਨ ਦਾ ਰਿਪੋਰਟ ਜਿਹੜੀ ਆਈ ਹੈ ਕਿ 2,50,000 ਸਮਾਲ ਬਿਜ਼ਨੈਸ ਅਫੈਕਟ ਹੋਣਗੇ। ਐਸੇ ਨਹੀਂ ਹੋਏਗਾ, ਤੁਹਾਡੇ ਵਾਈ ਮੀਡੀਆ 'ਚ ਵੀ ਆਉਂਦਾ ਰਹਿੰਦਾ ਜੀ, ਤੇ 2,50,000 ਜਿੱਥੇ ਬਿਜ਼ਨਸ ਸਮਾਲ ਬਿਜ਼ਨਸ ਇਫੈਕਟ ਹੋਣ ਵਾਲੇ ਨੇ, ਤੇ ਨੈਚੁਰਲੀ ਕਮਰਸ਼ੀਅਲ ਬਹੁਤ ਸੋਚ ਸਮਝ ਕੇ ਲੈਣਾ ਪਏਗਾ ਸਰ। ਔਰ ਐਕਸਟੈਂਸ਼ਨ ਵਾਲੀ ਅਗਰ ਜਿਹੜੀ ਗੱਲ ਚੱਲ ਰਹੀ ਹੈ, ਜਿਹੜੀ ਗਵਰਨਮੈਂਟ ਨੂੰ ਕਿਹਾ ਜਾ ਰਿਹਾ ਕਿ ਸੀਬਾ ਲੋਨ ਨੂੰ ਐਕਸਟੈਂਡ ਕਰ ਦਿਓ ਅੰਡਰ 2024, 900 ਮਿਲੀਅਨ ਦਾ ਜਿਹੜਾ ਹੈਗਾ ਖਰਚਾ ਆ ਜਾਂਦਾ ਗਵਰਨਮੈਂਟ ਦੇ ਉੱਤੇ, ਤੇ ਪਤਾ ਨਹੀਂ ਹੁਣ ਕੀ ਹੋਏਗਾ। ਇਹਨਾਂ ਨੇ ਐਕਸਟੈਂਡ ਕਰਕੇ 18 ਜਨਵਰੀ ਤੱਕ ਕਰਤਾ ਹੈਗਾ, ਬਟ ਇਹਦੇ ਉੱਤੇ ਵੀ ਜਿਹੜੀ ਗੱਲ ਚੱਲ ਰਹੀ ਹੈ ਕਿ ਬਈ ਹੁਣ ਕੀ ਕੀਤਾ ਜਾਏ, ਇਸ ਕਰਕੇ ਸੋਚਦੇ ਹੋਏ ਕਿ ਬਈ ਇਹ ਬੜਾ ਵੱਡਾ ਇੱਕ ਹੋਣ ਵਾਲਾ ਨਾ, ਕਿਉਂਕਿ 9 ਲੱਖ ਮੇਰੇ ਖਿਆਲ ਸਮਾਲ ਤੇ ਮੀਡੀਅਮ ਸਾਈਜ਼ ਕੰਪਨੀਆਂ ਨੂੰ ਜਿਹੜੇ ਲੋਨ ਦਿੱਤੇ ਗਏ ਸੀਗੇ, 60,000 ਜਿੰਨਾ 20,000 ਮਾਫ ਸੀਗਾ, 49 ਬਿਲੀਅਨ ਖਰਚ ਕੀਤਾ ਸੀਗਾ। ਉਹਦੇ ਕਰਨ ਦੇ ਬਾਅਦ ਵੀ ਅਗਰ ਮੰਨ ਲਓ 2.5 ਲੱਖ ਬਿਜ਼ਨਸਿਸ ਇਫੈਕਟ ਹੋ ਜਾਣਗੇ, ਰਿਸਕ ਆਫ ਫੇਲਿਅਰ, ਤੇ ਨੈਚੁਰਲੀ ਕਮਰਸ਼ੀਅਲ ਮੋਗਾ ਸਾਹਿਬ ਸੋਚ ਕੇ ਹੀ ਲੈਣਾ ਪਏਗਾ ਨਾ। ਬਿਲਕੁਲ ਸਰ, ਤੁਸੀਂ ਸਹੀ ਕਹਿ ਰਹੇ ਹੋ। ਵੈਸੇ ਅਗਰ ਦੇਖਿਆ ਜਾਵੇ, ਅਗਰ ਸੀਬਾ ਨੂੰ ਦੇਖਿਆ ਜਾਵੇ, ਜੇ 40 ਚ ਅਗਰ 60 ਲਿੱਤਾ ਸੀ ਤਾਂ 40 ਵਾਪਸ ਦੇਣਾ ਜਿਹੜਾ, ਉਹ ਵੀ ਸਰ ਲਗਭਗ $32 ਬਿਲੀਅਨ ਬਣ ਜਾਂਦਾ, लगभग 31-32 बिलियन डॉलर वापस आना है। और बहुत सारे लोग जिवें तुसी कह रहे हो ना, वर्ल्ड से बैठे ने, वो वेट कर रहे ने शायद अगा वध जावे, पे नहीं किया। 80% लोगों ने हले भी पे नहीं किया, और जनवरी 17 तक वेट करेंगे मेरे ख्याल। तो डिपेंड करता है। ठीक है जी, तुहाडा एनालिसिस बहुत जबरदस्त है, तुसी मैनू पहला भी कह चुके हो कमर्शियल वास्ते, ते मेरा मूड कमर्शियल च बहुत ज्यादा है, तो तुसी मैनू मना कीता सी तो मैं हाथ भी नहीं लगाया। जिस दिन टाइम आएगा ना प्रॉपर मोगा साहब कि भई हुण हैमरिंग कर दो, हुण जंप कर दो, मैं तुहानू अपने आप ही दस दियांगा। बिल्कुल, मैं वेट कर रहा सर तुहाडे फोन कॉल। जी जी थैंक यू जी, थैंक यू। हाँ जी, अगली कॉल थी। हाँ जी, जरनैल गरेवाल जी, तुसीं ऑन द रोड। जरनैल गरेवाल साहब। हाँ जी, मैं कोई अपने रियल एस्टेट रिगार्डिंग तो गल नहीं करती, मैं क्योंकि पहला साल बीती सी, मैं ਉਹਦੇ ਰਿਗਾਰਡਿੰਗ ਕਰਨੀ ਸੀ। मैं ਜਦੋਂ ਆਪਣੇ ਮੇਰੇ ਕੋਲ ਪ੍ਰੋਗਰਾਮ ਰੇਡੀਓ ਤੋਂ ਖਤਮ ਹੋ ਗਿਆ ਸੀ ਤੇ ਤੋਂ ਮੇਰੀ ਡਿਸਕਨੈਕਟ ਹੋ ਗਈ ਸੀ, ਮੈਂ ਰੀਅਲ एस्टेट ਰਿਗਾਰਡਿੰਗ ਤਾਂ ਨਹੀਂ ਗੱਲ ਕਰਨੀ, ਤੋਂ ਬਾਅਦ ਵਿੱਚ ਕਰਾਂ ਫਿਰ ਮੈਂ ਤੁਹਾਡੇ ਨਾਲ। मैं सर ਤੁਹਾਨੂੰ ਖੁਦ ਕਾਲ ਕਰ ਲਾਂਗਾ, ਕੱਲ ਵਾਲੇ ਪ੍ਰੋਗਰਾਮਸ ਕਰ ਲਈਏ, ਹੈ ਨਾ ਜੀ, ਕੱਲ ਵਾਲੇ ਪ੍ਰੋਗਰਾਮ ਜੀ, ਤੁਸੀਂ ਮਾਈਂਡ ਨਾ ਕਰੋ, ਹੈ ਨਾ, ਕਿਉਂਕਿ ਇਸ ਵੇਲੇ ਸਿਰਫ 20 ਮਿੰਟ ਦੀ ਗੱਲ। ठीक है, इस करके मैं कह रहा। ठीक है, नो प्रॉब्लम।
ਥੈਂਕ ਯੂ ਸਰ, ਥੈਂਕ ਯੂ ਗਰੀਸ਼ ਜੀ, ਤੁਸੀਂ ਆਉਂਦੇ ਰਹੋ। ਗਰੀਸ਼ ਜੀ, ਫਿਰ ਬਲਜੀਤ ਜੀ, ਵਾਰੀ ਸਾਰੀਆਂ ਕਾਲ ਲਵਾਂਗੇ। ਪਹਿਲਾਂ ਗਰੀਸ਼ ਜੀ, ਫਿਰ ਬਲਜੀਤ ਜੀ, ਵਾਰੀ जी गो है। हेलो, सबको नमस्कार है सबको जी। मेरा दोनों सवाल है। पहले मुंगा जी ये जो अब देखिए नौकरी पेशा वाले लोग तो सिर्फ RRSP से कुछ ले सकते हैं, कुछ दो पैसा बचा लें बढ़ाते के लिए। एनीवे, तो जो कुछ लोन लेके कभी आपने इवेल्युएट किया है, लाइक व्हाट इज द कंडीशन, कितना रेट ऑफ इंटरेस्ट होना चाहिए, कितने में मिलता है, एंड जब रिफंड मिल जाए तो हम उसको रीपे कर लें, ये इसके बारे में क्या विचार है? देखो, लोन लेके क्या RRSP की बात कर रहे हैं? हाँ जी। देखिए, डिपेंड करता है आप किस ब्रैकेट में आते हैं, उस मान लो हिसाब से देखा जाए। कम वाले और मिनिमम 21%। देखिए, आज की डेट में लोन जो मिल रहा है वैसे ही वो 8-9% पे मिल रहा है। अगर आप मिनिमम में हो तो 21% ही तो बचा रहे हो आप। अगर आपने नहीं, कुछ लोग प्राइम प्लस 0.5 पे भी देते हैं जी। हाँ, तो प्राइम 7.20 है ना सर आज की डेट। हाँ जी। सो प्राइम प्लस 8% तो आप दे ही रहे हो। ओके, यू राइट, ठीक है। सो 8% अगर आप दे रहे हो और आपकी मिनिमम ब्रैकेट है विच इज लाइक 20%, 20.5 अगर आप ओंटारियो में रह रहे हो। सो 8% और अगर 2 साल में आप वापस दे रहे हो तो 17% के करीब तो आप इंटरेस्ट ही देंगे और आपने बचाया था 20%। नहीं, अगर वो रिफंड जो आ जाए मैं उसको पूरा पे ऑफ कर दूं तो रिफंड कितना आ जाए? 21, आपने 10,000 लिया तो 2100 वापस आया। ओके, तो आपने तो 10,000 लोन वापस करना है, 8,000 पे। 8,000 पे जो आप पे करोगे इंटरेस्ट। हाँ, ओके, अच्छा। तो बहुत सारी सिचुएशंस होती हैं सर, ये ऐसे कैलकुलेशन नहीं होती है। तो ये लोग क्यों प्रमोट करते हैं, लाइक बेटर फॉर द हाई टैक्स ब्रैकेट पीपल? और यार अगर आप 50% की ब्रैकेट में हो तो ले लो, तो फायदा। अगर हाँ 10 का 5 एक साल में अगर आप पे कर सकते हो तो 40% बचा लिया आपने। तो डिपेंड करता है, इंडिविजुअल सिचुएशन है गिरीश जी। जब ये इस तरह की कैलकुलेशन आती है ना, मैं तभी कहता हूँ, मैं RRSP का जब सीजन आता है ना, जो सीजन ही कहता हूँ मैं उसको, जनवरी से लेकर फरवरी तक, 50% लोगों को मैं वापस भेजता हूँ कि भैया तुम्हें जरूरत नहीं है। और हो सकता है 60 या 70 ही हो उसमें, 50 भी ज्यादा होंगे 50% जो RRSP खरीद लेते हैं और उनको जरूरत नहीं है RRSP खरीदने की, उनके पास और बेनिफिट लेने के लिए कोई और जगह पे लेना चाहिए उनको। ओके, थैंक यू। अच्छा, मुसलमान साहब, एक आपसे सवाल है। जी सर। देखिए जो ये कॉन्डोमिनियम वाले होते हैं, राइट, तो मतलब जिसमें कॉन्डोमिनियम फीस आती है, तो उसमें देखिए वो लोग जो ना, जो कंपनीज होती हैं, दे कीप ऑन सिटिंग ऑन सो मच कैश, राइट, कभी 200,000, 300,000, 400, व्हाटएवर, राइट। तो उस पैसे को वो फॉर एग्जांपल मूंगा साहब के पास इन्वेस्ट नहीं करते थे, वहाँ से कुछ लोग करते हैं या नहीं है, उसमें से कुछ कमाई या कुछ इंटरेस्ट मिले तो जो कॉन्डोमिनियम वाले हैं उनका कुछ फायदा? नहीं सर, तो होता ही है, उनके बैंक में थोड़ा पड़ा होता है इतना पैसा। ये तो इन्वेस्ट होता ही है, शॉर्ट टर्म में लगा होता है। एक ऑपरेटिंग कॉस्ट जो होती है वो रखा होता है, जिसको हम रिजर्व फंड कहते हैं, और बाकी तो उन्होंने नेचुरली इन्वेस्ट किया होता है सर। पता नहीं मूंगा साहब के पास भी है ना, देख लो, वो तो इन्वेस्ट होता है सर। ऐसे था ना, होता है $1 मिलियन अगर कॉन्डो कॉर्पोरेशन पड़ा हुआ है और नॉर्मल रखा हुआ तो बड़ा भारी लॉस है। प्लस एक और बात भी है गिरीश जी, मैं बता दूं, अगर आपका कॉन्डो है तो आप उसके एग्जीक्यूटिव मेंबर क्यों नहीं बनते? और वो तो मांग रहे होते हैं। और कई जगह ऐसा होता है कि जब शुरू में जब सीटें भर जाती है, बाद में इलेक्शन में झगड़े शुरू हो जाते हैं। और मैं बता दूं आपको, मैं हर जगह सबसे पहले अपने क्लाइंट को बोलता हूँ मेंबर बनो, ताकि आपको सारा इन एंड आउट जो आपने इतनी सी सलाह दी, देख लो कि वहाँ पर लापरवाही तो नहीं हो रही। और अभी पीछे दिनों भी एक पूरे बोर्ड को और डायरेक्टर्स को पूरों को निकाल के बाहर फेंका और अपने बंदे आगे वहाँ पर बैठे फिर 5। तो ये जो है हम ही लोग डिसाइड करते हैं इनकी फीस ये वो। जब हम कई बार बोलते हैं जी इन्होंने फीस बढ़ा दी, इन्होंने किसने बढ़ा दी? हमने खुद की बढ़ा दी, हम खुद ही तो उसके मेंबर हैं। और हम कहते हैं उन्होंने बढ़ा दी। हम पहले तो हमारे अंदर मिथ है कि कॉन्डो कॉर्पोरेशन ने बढ़ा दी। कौन है कॉन्डो कॉर्पोरेशन? हमारा तो बनाया हुआ कॉन्डो कॉर्पोरेशन है, और वो बढ़ा दी। हमें लगता है घर के अंदर जो हमारी हर साल जो इन्फ्लेशन के हिसाब से बिजली का बिल बढ़ रहा है, पानी का बढ़ रहा है, प्रॉपर्टी कॉस्ट बढ़ रही है, रिपेयर बढ़ रही है, उसको तो हम काउंट नहीं कर रहे। और जब 3 साल के बाद कॉन्डो कॉर्पोरेशन ने बढ़ा दी झटके से $40, तो उन्होंने फीस बढ़ा दी। भाई वहाँ भी इन्फ्लेशन चल रहा है, वहाँ पर भी उन्होंने सिक्योरिटी को सैलरीज देनी है, उनकी भी सैलरीज बढ़ रही है, वहाँ पर भी रिपेयर कॉस्ट बढ़ रही है, वहाँ पर भी जिसे कहते हैं हाइड्रो, बिजली, पानी, ये सब कुछ चल रहा है। तो ये सब कुछ देखा जाता है। और यस, ये पैसा इन्वेस्ट होता है सर, ऐसे नहीं पड़ा होता है। क्योंकि जो मुझे ध्यान में आया कि वो ज्यादा इन्वेस्ट नहीं था, बहुत कम, द वे दे शो द इंटरेस्ट अमाउंट वाज वेरी वेरी लेस। एनीवे, उनको उनका रिजर्व फंड ही कम होगा, वो एक और डर वाली बात हो गई है। जिसकी आप कॉर्पोरेशन की बात कर रहे हैं और जिनके पास $2 लाख है, देख लो फटाफट वो कितना पुराना है और कितने यूनिट है। उस हिसाब से $2 लाख तो कुछ भी नहीं होता। कभी भी एक्सेप्शन आ जाएगी, कभी भी ओनर्स को 5-10 हज़ार का बिल आ जाए, निकल जाओ वहां से बाहर। ओके, थैंक यू सो मच, थैंक यू वेरी मच जी, थैंक यू जी, थैंक यू वेरी मच। हाँ जी, अगली कॉल और बात है जी, बलजीत जी, तुम आते रहो। बलजीत साहब।
ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਤਿ ਸ਼੍ਰੀ ਅਕਾਲ ਸਰ। ਜਗਵੀਰ ਜੀ ਸੌਰੀ ਮੇਰੇ 2 ਕੁਐਸਚਨ ਨੇ, ਦੋਨੇ ਪੰਕਜ ਜੀ ਦੇ। ਮੈਂ ਸਿਰਫ ਇੱਕ ਕੁਐਸਚਨ 'ਚ ਬਿਲੀਵ ਕਰਦਾ, ਬਟ ਸੌਰੀ ਮੇਰੇ 2 ਕੁਐਸਚਨ ਨੇ। ਨੋ ਵਰੀਜ਼ ਪਲੀਜ਼। ਠੀਕ ਹੈ ਪੰਕਜ ਜੀ, ਇੱਕ ਤਾਂ ਜਿਹੜਾ ਤੁਸੀਂ ਪਹਿਲੇ ਸ਼ੋਅ 'ਚ ਗੱਲ ਕਰ ਰਹੇ ਹੋ ਉਹ ਕੰਪਲੀਟ ਨਹੀਂ ਹੋਈ ਕਿ ਅਕਾਊਂਟ ਜਿਹੜਾ ਹੈਗਾ ਉਹ ਆਪਣਾ ਫਸਟ ਟਾਈਮ ਹੋਮ ਬਾਇਰ ਬਾਰੇ, ਉਹਦੇ ਵਿੱਚ ਅਗਰ ਅਸੀਂ ਬੱਚਿਆਂ ਦਾ ਖੋਲਦੇ ਹਾਂ ਤਾਂ ਬੱਚੇ ਦੀ ਕੋਈ ਏਜ ਸਪੈਸੀਫਿਕ ਹੈ ਕਿ ਕਿਹੜੀ ਹੋਣੀ ਚਾਹੀਦੀ? 18 ਸਾਲ। ਓਕੇ, ਉਸ ਤੋਂ ਪਹਿਲਾਂ ਨਹੀਂ ਖੋਲ ਸਕਦੇ? ਨਹੀਂ। ਓਕੇ, ਤੇ ਉਹਦੀ ਅਮਾਊਂਟ ਵੀ ਜਿਹੜੀ ਉਹਦੇ ਅਕਾਊਂਟ 'ਚ ਪਾਉਣ ਦੀ ਪੈਸੇ ਉਹ ਤੁਸੀਂ ਦੱਸਿਆ ਸੀ 40,000? 88,000 per year and 40,000 total. ਟੋਟਲ 40,000 ਹੈ ਨਾ? ਓਕੇ ਜੀ, 8,000 per year. ਠੀਕ ਹੈ, ਓਕੇ 5 ਸਾਲ 'ਚ ਫਿਰ ਉਹ 40,000 ਹੋ ਜਾਏਗਾ? ਹਾਂਜੀ। ਓਕੇ, ਠੀਕ ਹੋ ਗਿਆ। ਅੱਛਾ, ਦੂਸਰਾ ਸੀ ਮੇਰਾ RESP ਦੇ ਬਾਰੇ ਕੁਐਸਚਨ। ਉਹ ਅੱਜ ਕੱਲ੍ਹ ਉਹਦੀ ਐਡ ਵੀ ਘੱਟ ਬੜੀ ਆ ਰਹੀ ਹੈ। ਉਹ ਤਾਂ ਪਹਿਲਾਂ ਤਾਂ ਦਸੰਬਰ 'ਚ ਬੜੀ ਉਹਦੀ ਐਡ ਚੱਲਦੀ ਹੁੰਦੀ ਹੈ, ਸਾਰੇ ਦੇ ਰਹੇ ਹੁੰਦੇ ਨੇ। ਤੁਸੀਂ ਕਰਦੇ ਹੋ ਨਾ? ਕਰਦਾ ਜੀ, ਬਿਲਕੁਲ ਕਰਦਾ ਮੈਂ RESP। ਠੀਕ ਹੈ, ਤੇ ਉਹਦੇ ਵਿੱਚ ਮੇਰਾ ਇੱਕ ਕੁਐਸਚਨ ਹੈ ਕਿ ਇਹ 2 ਤਰ੍ਹਾਂ ਦੀ RESP ਆ। ਮੈਨੂੰ ਬਹੁਤੀ ਉਹਦੀ ਟੈਕਨੀਕਲ ਨੌਲੇਜ ਤਾਂ ਨਹੀਂ ਹੈ, ਬਟ ਜਿੱਦਾਂ ਕਿ ਇੱਕ ਹੁੰਦੀ ਹੈ ਜਿਹੜੀ ਲਮਸਮ ਫੀਸ ਪਹਿਲਾਂ ਏਜੰਟ ਲੈਂਦੇ ਨੇ, ਤੇ ਇੱਕ ਹੁੰਦੀ ਹੈ ਜਿਹੜੀ ਕਿ ਐਵਰੀ ਈਅਰ ਸ਼ਾਇਦ ਥੋੜ੍ਹੀ ਜਿਹੀ ਮਿਨੀਮਮ ਜੀ ਫੀਸ ਕੱਟਦੇ ਨੇ ਉਹਦੇ ਵਿੱਚ। ਸਰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਬੜਾ ਸ਼ੋਰਟ 'ਚ ਐਕਸਪਲੇਨ ਕਰ ਦੇਣਾ ਕਿਉਂਕਿ ਇਹ ਬੜੀ ਲੰਬਾ ਟੌਪਿਕ ਹੈ। 3 ਤਰ੍ਹਾਂ ਦੀ RESP, ਇੱਕ ਇੰਡੀਵਿਜੂਅਲ ਹੈ, ਇੱਕ ਗਰੁੱਪ RESP ਹੈ, ਇੱਕ ਸੈਲਫ ਡਾਇਰੈਕਟਡ RESP ਹੈ। ਠੀਕ ਹੈ ਜੀ। ਸੋ ਬੇਸਿਕਲੀ ਜਿਹੜੀ ਗਰੁੱਪ RESP ਹੈ ਉਹ ਨਾਰਮਲੀ ਉਹ ਫੀਸ ਪਹਿਲਾਂ ਚਾਰਜ ਕਰਦੇ ਨੇ ਪਹਿਲੇ 2 ਸਾਲ ਦਾ ਅੰਦਾਜ਼ਾ ਜਾਂ ਅਪਰੋਕਸੀਮੇਟ ਜਿਹੜਾ ਤੁਸੀਂ ਪੈਸਾ ਦੇ ਰਹੇ ਹੋ ਉਹ ਫੀਸ 'ਚ ਜਾ ਰਿਹਾ ਹੈ ਪਹਿਲੇ 2 ਸਾਲ ਦਾ। ਇਹ ਗਰੁੱਪ RESP ਚਾਹੁੰਦਾ ਹੈ। ਜਿਹੜੀ ਸੈਲਫ ਡਾਇਰੈਕਟਡ ਔਰ ਇੰਡੀਵਿਜੂਅਲ RESP ਨੇ, ਇਹਦੇ 'ਚ ਸਿਚੁਏਸ਼ਨ ਹੈ ਕਿੱਥੇ ਤੁਸੀਂ ਇਨਵੈਸਟ ਕੀਤਾ ਹੈ। ਮਤਲਬ ਤੁਸੀਂ ਅਗਰ ਸਟਾਕ 'ਚ ਪਾ ਰੱਖਿਆ ਹੈ ਤਾਂ ਸਟਾਕ ਦੀ ਜਿਹੜੀ ਫੀਸ ਹੈ ਜਿਹੜੀ ਟ੍ਰੇਡ ਕਰਨ ਦੀ ਉਹ ਹੈ। ਤੁਸੀਂ ਅਗਰ ਫੰਡਸ ਵਗੈਰਾ 'ਚ ਪਾ ਸਕਦੇ ਹੋ ਤਾਂ ਫੰਡ ਦੀ MER ਜਿਹੜੀ ਲੱਗਦੀ ਹੈ, ਜਿਵੇਂ ਮੈਨੇਜਮੈਂਟ ਐਕਸਪੈਂਸ ਰੇਸ਼ੋ ਜਿਹਨੂੰ ਕਹਿੰਦੇ ਨੇ, ਉਹਦੀ ਆਪਦੀ ਫੀਸ ਹੈ। ਬਾਕੀ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਜਿਹੜੀ ਗਰੁੱਪ ਤੁਸੀਂ ਫੀਸ ਕਰ ਰਹੇ ਹੋ ਉਹ ਟਿਪੀਕਲ ਅਲੱਗ ਹੀ ਤਰ੍ਹਾਂ ਦੀ ਫੀਸ ਹੈ। ਉਹਦੇ 'ਚ ਵੀ ਇਨਵੈਸਟਮੈਂਟ ਦੀ ਫੀਸ ਥੋੜ੍ਹੀ ਬਹੁਤ ਲੱਗਦੀ ਹੈ, ਇਹ ਜੀ ਗੱਲ ਨਹੀਂ ਹੈ, ਹੋਰ ਲੱਗਦੀਆਂ ਨੇ ਬਲਕਿ ਉਹਦੇ 'ਤੇ, ਲੇਕਿਨ ਉਹਦੇ 'ਚ ਇੱਕ ਅਲੱਗ ਫੀਸ ਜਾਂਦੀ ਹੈ ਜਿਹੜੀ ਕਿ ਬਾਕੀ RESP 'ਚ ਨਹੀਂ ਜਾਂਦੀ। ਓਕੇ, ਸੋ ਬੈਟਰ ਕਿਹੜੀ ਹੋਈ ਫਿਰ? ਇਹ ਚੀਜ਼ ਮੈਂ ਕਦੇ ਵੀ ਤੁਹਾਨੂੰ ਰੇਡੀਓ ਤੇ ਬਹਿ ਕੇ ਨਹੀਂ ਦੱਸ ਸਕਦਾ। ਇਹ ਆਪਦੀ ਇੰਡੀਵਿਜੂਅਲ ਸਿਚੁਏਸ਼ਨ ਹੁੰਦੀ ਹੈ, ਕਿਹਦੇ ਵਾਸਤੇ ਕੀ ਸੂਟ ਕਰਦਾ। ਤੁਸੀਂ ਮੇਰੇ ਸਾਹਮਣੇ ਆ ਕੇ ਬੈਠੋ, ਮੈਂ ਸਾਰੀਆਂ ਐਕਸਪਲੇਨ ਕਰਾਂਗਾ, ਫਿਰ ਡਿਸਾਈਡ ਕਰਾਂਗੇ ਤੁਹਾਡੀ ਸਿਚੁਏਸ਼ਨ ਦੇਖ ਕੇ ਕਿ ਕਿਹੜੀ ਬੈਟਰ। ਓਕੇ। ਕੋਈ ਵੀ ਚੀਜ਼ ਬੁਰੀ ਨਹੀਂ ਹੈ ਸਰ, ਕੋਈ ਵੀ ਚੀਜ਼ ਬੁਰੀ ਨਹੀਂ ਹੈ। ਤੇ ਹਰੇਕ ਦੇ ਆਪਦੇ ਇੱਕ ਹੋਰ ਚੀਜ਼ ਵੀ ਹੈ, ਕੋਈ ਵੀ ਚੀਜ਼ ਬੁਰੀ ਨਹੀਂ ਹੈ ਤੇ ਬਟ ਹਰੇਕ 'ਚ ਆਪਦੇ ਪ੍ਰੋਜ਼ ਐਂਡ ਕੌਨਸ ਨੇ ਹਰ ਚੀਜ਼ 'ਚ। ਸੋ ਕੋਈ ਚੀਜ਼ ਤੁਹਾਨੂੰ ਸੂਟ ਕਰੇਗੀ, ਕੋਈ ਨਹੀਂ ਕਰੇਗੀ, ਉਸ ਹਿਸਾਬ ਨਾਲ ਚੀਜ਼ ਲੈਣੀ ਚਾਹੀਦੀ ਹੈ। ਠੀਕ ਹੋ ਗਿਆ, ਥੈਂਕ ਯੂ ਬਲਜੀਤ ਸਾਹਿਬ, ਥੈਂਕ ਯੂ ਜੀ। ਹਾਂਜੀ ਬਲਜੀਤ ਸਿੰਘ ਜੀ, ਤੁਹਾਡਾ ਧੰਨਵਾਦ। ਅਗਲੀ ਕਾਲ ਵੱਧਦੇ ਹਾਂ। ਰੁਪਿੰਦਰ ਸਿੱਧੂ ਸਾਹਿਬ ਤੁਸੀਂ ਆਉਂਦੇ ਹੋ। ਰੁਪਿੰਦਰ ਸਿੱਧੂ ਸਾਹਿਬ ਕੋ ਯਦੂ ਭਾਈ ਸੌਰੀ ਯਾਰ, ਮੈਂ ਨਾ ਯਾਰ ਥੋੜਾ ਜਿਹਾ ਨਾ ਕੁਛ ਆ ਯਾਰ ਫੀਲ ਵੀ ਬਾਅਦ ਚੋਂ ਕੀਤਾ। ਮੈਂ ਕਿਹਾ ਵੀ ਉਹ ਜ਼ਿਆਦਾ ਹੋ ਗਿਆ ਥੋੜਾ ਜਿਹਾ ਤੇ ਉਹ ਰੇਡੀਓ ਤੇ ਆ। ਹਾਂਜੀ ਅਸੀਂ ਠੀਕ ਹੈ। ਮੈਂ ਤੁਹਾਨੂੰ ਜੇ ਉਸ ਬਾਰੇ ਗੱਲ ਕਰਨੀ ਹੈ ਫਿਰ ਥੋੜਾ ਟਾਈਮ ਦੇ ਦਿਓ। ਅਸੀਂ ਸਿਰਫ ਬਾਅਦ ਚ ਕਰੂੰਗਾ ਕਾਲ ਤੁਹਾਨੂੰ। ਠੀਕ ਹੈ ਸਰ, ਠੀਕ ਹੈ। ਹਾਂ ਸੌਰੀ ਮੈਂ ਨੋ ਵਰੀਜ਼ ਥੈਂਕ ਯੂ। ਮੈਂ ਇੱਕ ਬੇਨਤੀ ਕਰਾਂਗਾ ਕਿਉਂਕਿ ਸਾਡਾ ਜਿਹੜਾ ਟਾਈਮ ਹੈ ਇਹ ਹਾਫ ਐਨ ਆਵਰ, ਅਸੀਂ 12:30 ਤੱਕ ਕਰਾਂਗੇ ਅੱਜ ਪ੍ਰੋਗਰਾਮ, ਤੇ ਸਿਰਫ ਰੀਅਲ ਸਟੇਟ ਔਰ ਇਕੋਨਮੀ ਸਿਰਫ ਇਹਦੇ ਸੰਬੰਧੀ ਹੈ। ਰਣਜੀਤ ਜੀ ਦਾ ਅਗਲਾ ਟੈਕਸਟ ਹੈ, ਵੈਸੇ ਅਸੀਂ ਇਹਨੂੰ ਐਡਰੈਸ ਕਰ ਚੁੱਕੇ ਹਾਂ। ਫਿਰ ਵੀ PK ਜੀ ਤੁਸੀਂ ਕਰਨਾ ਚਾਹੋ, ਆਸਕ PK ਜੀ ਵਿਲ ਦੇਰ ਬੀ ਐਕਸਟੈਂਸ਼ਨ ਔਨ ਸੀਬਾ, ਅਸੀਂ ਐਸੇ ਗੱਲ ਕਰ ਚੁੱਕੇ ਹਾਂ। PK ਜੀ ਲੱਗ ਰਹੀ ਹੈ ਨਹੀਂ, ਬੜੀ ਜ਼ਬਰਦਸਤ ਪ੍ਰੈਸ਼ਰ ਪਿਆ ਸਰਕਾਰ ਦੇ ਉੱਤੇ ਇਹਨੂੰ ਐਕਸਟੈਂਸ਼ਨ ਕਰਨ ਵਾਸਤੇ, ਪਰ ਉਹ ਹੁਣ ਤੱਕ ਦਾ ਤੇ ਜਿਹੜੀ ਗੱਲ ਦੱਸ ਰਹੇ ਨੇ ਉਹਨਾਂ ਨੇ ਕਿਹਾ ਕਿ ਨਹੀਂ ਉਹ ਨਹੀਂ ਕਰਨਗੇ। ਇਟ ਇਜ਼ ਆਲਰੇਡੀ, ਕਿਉਂਕਿ ਬੈਂਕ ਵੀ ਨਾ ਹੁਣ ਇਹਦੇ ਉੱਤੇ ਲੋਨ ਲੋਕਾਂ ਨੂੰ ਆਫਰ ਕਰ ਰਿਹਾ, ਪਰ ਉਹ ਜਿਹੜੇ 2.5 ਲੱਖ ਲੋਕਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਉਹ ਬੈਂਕ ਵੀ ਉਹਨਾਂ ਨੂੰ ਨਹੀਂ ਦੇ ਰਿਹਾ ਪੈਸੇ। ਲੇਕਿਨ ਇਹ ਲੋਨ ਕਨਵਰਟ ਵੀ ਕਰ ਸਕਦੇ ਆ 5% ਇੰਟਰਸਟ ਰੇਟ ਦੇ ਉੱਤੇ। ਇਹ ਵੀ ਇੱਕ ਆਫਰ ਜਿਹੜੀ ਆਈ ਜਿਹਦੇ ਅੰਦਰ ਸਰਕਾਰ ਨੂੰ ਕੁਝ ਪੈਸਾ ਆਉਣਾ ਸ਼ੁਰੂ ਹੋ ਜਾਏਗਾ, ਪਰ ਉਹਦੇ ਤੇ ਇਹ ਗੱਲ ਕਲੀਅਰ ਨਹੀਂ ਹੈ ਕਿ ਅਗਰ ਕਨਵਰਟ ਕਰਦੇ ਹੋ ਤਾਂ ਅੰਦਰ 20,000 ਮਾਫ ਹੋਏਗਾ ਕਿ ਨਹੀਂ ਹੋਏਗਾ। ਤੇ ਇਸ ਕਰਕੇ ਮੈਨੂੰ ਇਸ ਵਕਤ ਚਾਂਸਿਸ ਘੱਟ ਲੱਗ ਰਹੇ ਨੇ, ਪਰ ਕੁਝ ਨਹੀਂ ਪਤਾ ਸਰ। ਫਿਰ ਮੈਂ ਉਹ ਪੋਲੀਟੀਕਲ ਹੋਣਾ ਨਹੀਂ ਚਾਹੁੰਦਾ, ਇਲੈਕਸ਼ਨ ਵਾਸਤੇ ਕੁਝ ਵੀ ਕਰ ਦੇਣ ਉਹ। ਹਾਲਾਂਕਿ ਫਿਰ ਇਹ ਕਿਹਾ ਜਾਏਗਾ ਜੀ ਬੈਂਕ ਆਫ ਕੈਨੇਡਾ ਔਰ ਗਵਰਨਮੈਂਟ ਅਲੱਗ-ਅਲੱਗ ਹੈਗਾ, ਤੇ ਫਿਰ ਉਹ ਇਹੋ ਜਿਹੀ ਗੱਲ ਚੱਲਣੀ ਨਹੀਂ, ਪਰ ਸਭ ਕੁਝ ਹੋ ਜਾਂਦਾ ਹੈ। ਪਰ ਮੇਰੇ ਖਿਆਲ ਹੈ ਤੁਸੀਂ ਭਾਈ ਸਾਹਿਬ 31 ਦਸੰਬਰ ਤੱਕ ਰੁਕੋ, ਉਹਦੇ ਬਾਅਦ ਹੀ ਪਤਾ ਚੱਲੇਗਾ। ਵੈਸੇ PK ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਇਹ ਬੜਾ ਪੋਲੀਟੀਕਲ ਵਾਲੀ ਚੀਜ਼ ਹੈ, ਕਿਉਂਕਿ ਬੈਂਕ ਆਫ ਕੈਨੇਡਾ ਕਦੇ ਵੀ ਨਹੀਂ ਚਾਹੇਗਾ ਕਿ ਇਹ ਸੀਬਾ ਨੂੰ ਫਿਰ ਤੋਂ ਵਧਾਇਆ ਜਾਵੇ, ਕਿਉਂਕਿ ਤੁਸੀਂ ਪੈਸਾ ਫੇਰ ਮਾਰਕੀਟ ਛੱਡ ਰਹੇ ਹੋ। ਤੁਸੀਂ ਸੋਚੋ ਕਿ ਅਗਰ ਇਹ 32 ਬਿਲੀਅਨ $33 ਬਿਲੀਅਨ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਵੀ ਵਾਪਸ ਆ ਜਾਂਦਾ ਤਾਂ ਬੈਂਕ ਆਫ ਕੈਨੇਡਾ ਨੂੰ ਉਹ ਲਾਸਟ ਇੰਟਰਸਟ ਰੇਟ ਨਹੀਂ ਵਧਾਉਣਾ ਪੈਂਦਾ।
ਸੋ ਬੈਂਕ ਆਫ ਕੈਨੇਡਾ ਵਾਸਤੇ ਇਹ ਬਹੁਤ ਵੱਡੀ ਚੀਜ਼ ਹੈ ਕਿ ਅਗਰ ਉਹ ਬਾਹਰ ਕੱਢ ਲੈਣਗੇ ਤਾਂ ਬੈਂਕ ਆਫ ਫਿਰ ਇਹ ਮੰਨ ਕੇ ਚੱਲੋ ਇੱਕ ਹੋਰ ਬੜੀ ਪੋਜ਼ਿਟਿਵ ਚੀਜ਼ ਦਿਖਦੀ ਪਈ ਹੈ ਇਹਦੇ 'ਚ। ਅਗਰ ਇਹ ਪੈਸਾ ਬਾਹਰ ਨਿਕਲ ਜਾਂਦਾ ਇਕੋਨਮੀ 'ਚੋਂ ਤਾਂ ਬੈਂਕ ਆਫ ਕੈਨੇਡਾ ਨੂੰ ਇੰਟਰਸਟ ਰੇਟ ਹੋਰ ਜਲਦੀ ਘਟਾਉਣਾ ਪੈ ਸਕਦਾ ਪਹਿਲਾਂ ਤੋਂ ਵੀ। ਸੋ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਦਿਖਣਾ ਸ਼ੁਰੂ ਹੋ ਜਾਏਗਾ ਕਿ ਇਨਫਲੇਸ਼ਨ ਹੋਰ ਘਟ ਗਈ ਹੈ। ਸੋ ਇਹ ਬੜਾ ਹੀ ਡਾਈਸੀ ਰੋਲ ਹੈ। ਮੇਰੇ ਖਿਆਲ ਗਵਰਨਮੈਂਟ ਅਗਰ ਕਰੇਗੀ ਤਾਂ ਸਿਰਫ ਪੋਲੀਟੀਕਲ ਦੀ ਵਜ੍ਹਾ ਨਾਲ ਹੀ ਕਰੇਗੀ, ਅਦਰਵਾਈਜ਼ ਇਕੋਨਮੀ ਕਦੇ ਵੀ ਨਹੀਂ ਕਵੇਗੀ ਕਿ ਕੀਤਾ ਜਾਏ। हाँ, और 31 दिसंबर तक रुको, हो सकता है क्रिसमस गिफ्ट या न्यू ईयर गिफ्ट ਤੁਹਾਨੂੰ शायद मिल जाए लेकिन जी 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 बिल्कुल जी ठीक है जी, वेट करो रंजीत साहब, सारे जने हो सकता है 25 दिसंबर तो अगले वीक ही है जी। बिल्कुल ਪ੍ਰੈਸ਼ਰ ਬੜਾ ਵੱਡਾ ਹੈ ਇਹਨਾਂ ਤੇ, ਪ੍ਰੈਸ਼ਰ ਬੜਾ ਵੱਡਾ ਹੈ ਜੀ। ਪਰ ਡੇਟ 18 ਤਰੀਕ ਦੀ ਹੈ ਨਾ, ਤੇ ਉਹੀ ਜਿੱਦਾਂ ਪੀਕੇ ਜੀ ਕਹਿ ਰਹੇ ਨੇ ਪੰਕਜ ਜੀ ਵੀ ਜੇ 18 ਦੀ ਡੇਟ ਆ ਤੇ ਬੰਦਾ ਜੇ ਫਰਜ਼ ਕਰ ਲਓ ਨਹੀਂ ਹੋਇਆ ਤਾਂ ਅਗਲੇ ਮਹੀਨੇ 5 ਜਾਂ 10 ਨੂੰ ਪੇ ਕਰ ਦੇ। ਵੈਸੇ ਤਾਂ ਵੇਖਿਆ ਜਾਵੇ ਤਾਂ ਵੀਰ ਜੀ ਪੀਕੇ ਜੀ ਬਿਲਕੁਲ ਸਹੀ ਕਰ ਰਹੇ ਨੇ, ਕਿਉਂਕਿ ਵੇਟ ਪੀਕੇ ਜੀ ਦੇ ਕਹਿਣ ਤੇ ਮੇਰੇ ਖਿਆਲ 90% ਲੋਕ ਵੇਟ ਕਰ ਰਹੇ ਨੇ ਇਸ ਵੇਲੇ। ਹਾਂ, ਵੈਸੇ ਵੀ ਨਾ ਬੈਂਕ ਜਿਹੜਾ ਹੈ ਨਾ ਇਹਨੂੰ ਅਪਰੂਵ ਕਰ ਰਿਹਾ ਇੱਕ ਦਿਨ ਦੇ ਅੰਦਰ। ਅੱਛਾ, ਇੱਕ ਦਿਨ ਦੇ ਅੰਦਰ ਬੈਂਕ ਕਾਲ ਕਰਕੇ ਅਪਰੂਵ ਕਰ ਰਿਹਾ ਤੁਹਾਡੇ ਲੋਨ ਨੂੰ, ਸਭ ਨੂੰ। ਤੁਸੀਂ ਸਾਡੇ ਕੋਲ 40,000 ਲਓ ਤੇ ਵਾਪਿਸ ਕਰੋ। ਔਰ ਲੇਕਿਨ ਬੈਂਕ ਦਾ ਇੰਟਰਸਟ ਬੜਾ ਜ਼ਬਰਦਸਤ ਹੈ ਜੀ, ਉਹ ਪ੍ਰਾਈਮ ਪਲੱਸ 1 ਦੇ ਉੱਤੇ ਜਾ ਰਹੇ ਨੇ ਇਸ ਵਕਤ, 1 ਪ੍ਰਾਈਮ ਪਲੱਸ 1.5 ਤੱਕ ਵੀ ਜਾ ਰਹੇ ਨੇ ਵੇਰੀਏਬਲ ਦੇ ਉੱਤੇ, ਔਰ ਫਿਕਸ ਜਾ ਰਹੇ ਨੇ 9.1 9.4। ਹਿਊਜ ਜੀ। ਹਾਂਜੀ ਪੀਕੇ ਜੀ, ਅਗਲੇ ਸਾਲ ਦੇ ਸਿਰਫ ਫਸਟ ਕੁਆਟਰ ਔਰ ਸੈਕੰਡ ਕੁਆਟਰ ਦੀ ਗੱਲ ਕਰਾਂਗੇ। ਮੈਂ ਦੋਨਾਂ ਤੋਂ ਸੇਮ ਸਵਾਲ ਆ, ਉਹਨਾਂ ਕੋਲ ਇਕਨੋਮੀ ਦੇ ਬਾਰੇ, ਤੁਹਾਡੇ ਕੋਲ ਰੀਅਲ ਸਟੇਟ ਦੇ ਬਾਰੇ। ਫਸਟ ਔਰ ਸੈਕੰਡ ਕੁਆਟਰ ਦੇ ਵਿੱਚ ਰੀਅਲ ਸਟੇਟ ਦੀ ਮਾਰਕੀਟ ਕਿਸ ਤਰ੍ਹਾਂ ਰਹਿ ਸਕਦੀ ਹੈ? ਫਸਟ ਔਰ ਸੈਕੰਡ ਕੁਆਟਰ ਫਲੈਟ, ਸਿੰਗਲ ਵਰਡ ਫਲੈਟ। ਮੈਂ ਇਹ ਨਹੀਂ ਕਹਿੰਦਾ ਕਿ ਕੀਮਤ ਵਧੇਗੀ, ਘਟਣ ਵਾਸਤੇ ਜ਼ਿਆਦਾ ਮੈਨੂੰ ਨਜ਼ਰ ਆ ਰਿਹਾ ਹੈ ਘਟਣ ਵੱਲ, ਲੇਕਿਨ ਜਿੰਨਾ ਵੀ ਘਟੇ ਜਾਂ ਵਧੇ ਇਟ ਵਿਲ ਬੀ ਫਲੈਟ। ਆਈ ਐਮ ਐਕਸਪੈਕਟਿੰਗ ਮਾਰਕੀਟ ਟੂ ਗਰੋ ਸਟਾਰਟਿੰਗ ਮੇ ਜੂਨ ਨੈਕਸਟ ਈਅਰ। ਜੀ ਠੀਕ ਹੈ ਪੰਕਜ ਜੀ, ਇਕੋਨਮੀ ਕਿਸ ਤਰ੍ਹਾਂ ਚੱਲ ਸਕਦੀ ਹੈ? ਸਰ ਅਗਲੇ ਅਗਲਾ ਕੁਆਟਰ ਬੇਸਿਕਲੀ ਅਗਰ ਦੇਖਿਆ ਜਾਵੇ, 2 ਕੁਆਟਰ ਜਿਹੜੇ ਨਵੇਂ ਆਉਣਗੇ, ਇਕੋਨਮੀ ਵਿਲ ਸ਼ਰਿੰਕ ਮੋਰ ਬੇਸਿਕਲੀ। ਇਨਫਲੇਸ਼ਨ ਘਟੇਗੀ ਲੇਕਿਨ ਇਕੋਨਮੀ 'ਚ ਹੋਰ ਵੀ ਪੇਨ ਹੈ ਕਿਉਂਕਿ ਲੋਕਾਂ ਕੋਲ ਪੈਸਾ ਹੋਰ ਘਟਦਾ ਚਲਾ ਜਾਏਗਾ। ਇੰਟਰਸਟ ਰੇਟ ਜਿਹੜਾ ਅਸੀਂ ਐਕਸਪੈਕਟ ਕਰ ਰਹੇ ਹਾਂ ਉਹ ਅਪ੍ਰੈਲ ਤੋਂ ਬਾਅਦ ਕਿਤੇ ਜਾ ਕੇ 25 ਕਰਕੇ ਘਟਾਉਣਗੇ। ਅਗਰ 25 ਕਰਕੇ ਘਟਾਉਣਾ ਵੀ ਪਿਆ, ਅਗਰ 1% ਵੀ ਥੱਲੇ ਜਾਂਦਾ ਹੈ ਤਾਂ ਵੀ ਪ੍ਰਾਈਮ 6-20 ਤੇ ਆਉਂਦਾ ਸਰ, 7-20 ਤੋਂ। ਸੋ 1% ਮਤਲਬ ਇਹ ਮੰਨ ਕੇ ਚੱਲੋ ਕਿ ਸਤੰਬਰ ਅਕਤੂਬਰ ਆਉਂਦੇ ਤੱਕ ਅਗਰ 1% ਹੀ ਘਟਦਾ ਹੈ ਉਦੋਂ ਤੱਕ ਤਾਂ ਵੀ ਇਹ ਪੇਨ ਐਵੇਂ ਹੀ ਬਣਿਆ ਰਹੇਗਾ। ਸੋ ਅਗਲੇ ਜਿਹੜੇ 6 ਮਹੀਨੇ ਨੇ ਸਰ ਇਹ ਲੋਕਾਂ ਵਾਸਤੇ ਬਹੁਤ ਮੁਸ਼ਕਿਲ ਜਾਣਗੇ ਜੀ। ਠੀਕ ਹੈ ਜੀ। ਔਰ ਠੀਕ ਹੈ ਜੀ, ਆਖਰੀ ਸਵਾਲ, ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਇਸ ਮੌਕੇ ਦੇ ਉੱਤੇ? ਕਿਉਂਕਿ ਆਈ ਐਮ ਸ਼ੋਰ ਜਦੋਂ ਐਸੀ ਅਨਸਰਟਨਟੀ ਹੁੰਦੀ ਹੈ ਤੇ ਕਿਸੇ ਵਧੀਆ ਪ੍ਰੋਫੈਸ਼ਨਲ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ? ਮਤਲਬ ਕਿ ਜੇ ਕੋਈ, ਮੈਂ ਸਿਰਫ ਇਨਵੈਸਟਮੈਂਟ ਪੱਖੋਂ ਪੁੱਛ ਰਿਹਾ, ਕੋਈ ਵੀ ਬੰਦਾ ਕਹਿੰਦਾ ਹੈ ਜੀ 50,000 ਲੱਖ 2 ਲੱਖ 3 ਲੱਖ 4 ਲੱਖ ਹੈ ਪਰ ਇਨਵੈਸਟਮੈਂਟ ਕਰਨ ਤੋਂ ਡਰ ਰਿਹਾ, ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਕਿੱਧਰ ਕਰਨਾ ਚਾਹੀਦਾ? ਪੀਕੇ ਜੀ ਸਟ੍ਰੈਟਜੀ। ਇਹਨੂੰ 2 ਤਰੀਕੇ ਨਾਲ ਗੱਲ ਕਰਨਾ ਜੀ। ਪਹਿਲੇ ਤਾਂ ਮੈਂ ਗੱਲ ਕਰਨਾ ਕਿ ਆਮ ਆਦਮੀ ਜਿਹੜਾ ਇਨਵੈਸਟ ਨਹੀਂ ਕਰ ਰਿਹਾ ਔਰ ਜਿਹੜਾ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਹੈ, ਉਹਦੇ ਵਾਸਤੇ ਪੁਰਾਣਾ ਗਾਣਾ ਬੜਾ ਮਸ਼ਹੂਰ ਹੈ, ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ। ਬਸ ਇਹ ਵਾਲੀ ਪਾਲਿਸੀ ਰੱਖ ਲਓ, ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ। ਕੋਈ ਹੋਛਾ ਕੰਮ ਨਹੀਂ, ਕੋਈ ਸ਼ਾਪਿੰਗ ਨਹੀਂ, ਕੋਈ ਇਹ ਫਜ਼ੂਲ ਦੀ ਜਿਹੜੀ ਗੱਲ ਨਹੀਂ। 80% ਆਫ 70% ਆਫ, ਕ੍ਰਿਸਮਸ ਵਾਸਤੇ ਇਹ ਕਰਤਾ। ਅੱਜ ਕਹਿੰਦੇ ਨੇ ਜੀ ਉਹ ਬਲੈਕ ਫਰਾਈਡੇ ਅਗਲੇ ਦਿਨ ਸ਼ੁਰੂ ਹੋ ਜਾਂਦਾ, ਸਾਈਬਰ ਮੰਡੇ। ਫਿਰ ਇਹਨਾਂ ਦਾ ਬਸ ਇਹਨਾਂ ਦੇ ਟਿਊਜ਼ਡੇ ਵੈਡਨਸਡੇ ਥਰਸਡੇ ਫਰਾਈਡੇ ਸੈਟਰਡੇ ਫਿਰ ਆ ਜਾਏ, ਸਾਰਾ ਕੁਝ ਸੰਡੇ तक भी आ जाए। तो इतना चक्कर ना पाओ, लोड नहीं है, ना करो। दाल रोटी खाओ प्रभु के गुण गाओ, तुम्हारा कोई भी कुछ नहीं बिगाड़ सकता। सिंपल सी बात है। ये जो है ना, मैं एलन मस्क की मैं उस दिन इंटरव्यू पढ़ रहे थे सर, कितना मजा आया। उन्हें कहा कि आपको अगर अपनी लड़की की शादी करनी पड़े, कहता मैं गरीब से तो किसी हालत में भी शादी नहीं करूंगा। फिर उन्हें पकड़ा गया, गरीब का क्या मतलब? उन्हें समझाया गरीब का मतलब क्या है। उन्होंने कहा गरीब का मतलब वो है कि जो पैसे को संभाल नहीं पाता, जितने मर्जी दे दो वो फिर बैंकरप्ट होता है, वो गरीब है। बैंक बैलेंस के हिसाब से गरीब नहीं है। अमीर वो है जिसके बैंक में एक भी पैसा नहीं है पर उसको पैसा बनाना और संभालना आता है, वो रईस है। मैं अपनी बेटी की शादी वहां करना चाहूंगा। बड़ा अच्छा लगा उसके डायलॉग को सुनकर, क्योंकि 90% ऑफ पीपल जिन्होंने लॉटरियां निकलदियां ने वो फिर दोबारा उत्थे आ जाते हैं लॉटरी के बाद, क्योंकि उन्होंने पैसा संभालना ही नहीं आता। इस करके वो मैं डायलॉग बोल रहा, संभाल लो अपने आप नूं। जेड़े की बाकी रही इन्वेस्टमेंट वाली गल, यस दिस इज द राइट टाइम टू जंप इनटू इन्वेस्टमेंट। इस तो वधिया टाइम आ ही नहीं सकता सर। मैं तुहानूं दस रहा यह टाइम आएगा नहीं, अज जिहड़ा हैगा कल नहीं, कल परसों नहीं आएगा, क्योंकि इस वक्त लोएस्ट लेवल ते हैगी ते इस वक्त इन्वेस्ट करो। इस वक्त ह्यूज बेनिफिट्स मिल रहे हैं बिल्डर को। और क्लोजिंग ध्यान रख लो 3 साल तो पहले नहीं होनी चाहिए। हालांकि 25
ਤੋਂ ਬਾਅਦ ਸਭ ਕੁਝ ਠੀਕ ਹੈ, ਲੇਕਿਨ ਮੈਂ ਜਾਣ ਕੇ 1 ਸਾਲ ਦਾ ਹੋਰ ਮਾਰਜਿਨ ਰੱਖ ਰਿਹਾ। ਦਿਸ ਇਜ਼ ਦ ਰਾਈਟ ਟਾਈਮ ਟੂ ਹਿੱਟ ਦ ਮਾਰਕੀਟ। ਹਿਊਜ ਡਿਸਕਾਊਂਟ ਫਰਮ ਦ ਬਿਲਡਰ ਔਨ ਇਨਵੈਸਟਮੈਂਟਸ, ਬਲਕਿ ਡਾਊਨ ਪੇਮੈਂਟਸ ਵੀ ਅਸੀਂ ਸਲੋ ਬਹੁਤ ਐਕਸ਼ਨ ਕਰਤੀਆਂ 3-3 ਸਾਲ। M6 ਵਰਗਾ ਅਸੀਂ ਕਰਤਾ 1125 ਦਿਨ ਦੇ ਅੰਦਰ ਪੇਮੈਂਟ ਕਰਨੀ ਹੈ ਸਰ, ਮੋਰ ਦੈਨ 3 years ਐਂਡ ਪੇਮੈਂਟ ਕਰਨੀਆਂ ਨੇ। ਕਿੱਥੇ ਪੇਮੈਂਟ ਹੁੰਦੀਆਂ ਸੀਗੀਆਂ 9 ਮਹੀਨੇ ਦੇ ਅੰਦਰ, 6 ਮਹੀਨੇ ਦੇ ਅੰਦਰ, 8 ਮਹੀਨੇ ਦੇ ਅੰਦਰ, 1 ਸਾਲ ਦੇ ਅੰਦਰ, 3 ਸਾਲ ਦੇ ਅੰਦਰ। ਇਸ ਤਰ੍ਹਾਂ ਅਲੱਗ-ਅਲੱਗ ਪ੍ਰੋਜੈਕਟ ਹੈਗੇ ਨੇ, ਬੜਾ ਜ਼ਬਰਦਸਤ ਡਿਸਕਾਊਂਟ ਨੇ। ਇसी ਪ੍ਰਕਾਰ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਰੀਸੇਲ ਮਾਰਕੀਟ ਦੇ ਅੰਦਰ, ਦਿਸ ਇਜ਼ ਦ ਰਾਈਟ ਟਾਈਮ ਟੂ ਹਿੱਟ ਦ ਮਾਰਕੀਟ। ਇਸ ਵਕਤ 40.7% ਲਿਸਟਿੰਗਸ ਜਿਹੜੀ ਹੈਗੀਆਂ ਨੇ ਉਹ ਇਸ ਵਕਤ ਮਾਰਕੀਟ ਵਿੱਚ ਜ਼ਿਆਦਾ ਆ ਚੁੱਕੀਆਂ ਨੇ ਫਰੋਮ ਨਵੰਬਰ 2022। GTA ਦੇ ਅੰਦਰ ਮੈਂ ਗੱਲ ਕਰ ਰਿਹਾ, ਸਿਰਫ GTA ਦੇ ਅੰਦਰ ਨਵੰਬਰ 2022 ਤੋਂ ਨਵੰਬਰ 2023 ਤੱਕ 40.7%। ਯੂ ਹੈਵ ਮੋਰ ਚॉइस, ਮੋਰ ਨੈਗੋਸ਼ੀਏਸ਼ਨ। ਬਾਜੀ ਕੀ ਹੋਏਗਾ, ਨਾ ਚॉइस ਰਹੇਗੀ ਨਾ ਨੈਗੋਸ਼ੀਏਸ਼ਨ ਰਹੇਗਾ। ਦਿਸ ਇਜ਼ ਦ ਰਾਈਟ ਟਾਈਮ। ਬੜਾ ਵਧੀਆ ਕੁਐਸਚਨ ਸੀ ਤੁਹਾਡਾ ਯੁਧਵੀਰ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਵੈਸੇ ਤੇ ਪਹਿਲਾਂ ਵੀ ਇਹ ਮੇਰੇ ਖਿਆਲ ਨਾਲ 2 ਵਾਰ ਅੱਜ ਹੋ ਗਿਆ, ਮੈਨੂੰ ਲੱਗਦਾ ਸਾਰਿਆਂ ਨੂੰ ਇਸੇ ਗੱਲ ਦਾ ਇੰਤਜ਼ਾਰ ਹੈ। ਰਾਹੁਲ ਸਾਹਿਬ ਨੇ ਫਿਰ ਉਹੀ ਪੁੱਛ ਲਿਆ, ਸਰ ਪਲੀਜ਼ ਆਸਕ will Trudeau government cancel SEWA loans as they cancel farm loans in India? Our desi businessmen are eagerly waiting for this option. Rahul, कैंसल का तो मतलब ही नहीं उठता सर। मैं मोंगा साहब अपने विचार देंगे, मैंने नहीं पता। कैंसल का तो मतलब ही नहीं उठता। ऐसे सारा इकोनॉमी का सत्यानाश हो जाएगा। वीजा छड़ रहे ने तानू, एक्सटेंड दी गल करो, कैंसल दी गल ही ना करो। ऐसे फिर वो वाली गल होगी कि भाई कहने रोटी चाहिए सी ते रोटी जब दिती ਤੇ ਉਹਦੇ ਬਾਅਦ ਉਹਨੂੰ ਕਹਿੰਦੇ ਜੀ ਨਾਲ ਕੋਈ ਸਬਜ਼ੀ ਮਿਲ ਗਈ, ਕਹਿੰਦਾ ਫਿਰ ਅਚਾਰ ਫਿਰ ਉਹਦਾ ਹੋਰ ਗੱਲ ਕੀਤੀ, ਕਹਿੰਦਾ ਫਿਰ ਦਾਦੂ ਦਾ ਵੀ ਪੈਕ ਹੋ ਜਾ ਨਾਲ ਹੀ। ਤੇ ਫਿਰ ਉਹ ਵਾਲੀ ਗੱਲ ਹੋ ਗਈ ਸਾਰੀ। ਤੇ ਇਹ ਤੇ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ, ਮੈਂ ਤੇ ਇਸ ਗੱਲ ਨੂੰ ਮੰਨਦਾ ਹੀ ਨਹੀਂ ਜੀ। ਮੈਂ ਇੱਕ ਛੋਟੀ ਜਿਹੀ 2 ਲਾਈਨਾਂ ਬੜੀ ਲਾਈਟਰ ਵੇ ਤੇ ਕਹਿ ਦਿਆਂ ਸਰ ਇੱਥੇ, ਪਲੀਜ਼ ਲਾਈਟਰ ਵੇ। ਇੱਕ ਭਿਖਾਰੀ ਨੂੰ ਨਾ ਕੋਈ ਇੱਕ ਲੇਡੀ ਨਿਕਲਦੀ ਸੀਗੀ ਤੇ ਉਹਨੂੰ ਜਾਂਦੇ ਨਾ ਉਹਨੂੰ $100 ਦੇ ਦਿੰਦੀ ਸੀ। ਫਿਰ ਕੁਝ ਟਾਈਮ ਬੀਤਿਆ ਤੇ ਉਹਨੂੰ $50 ਕਰਤੇ। और टाइम बीतिया उन्हें उदा $10 करता। एक दिन भिखारी रुक गया, कहता पहले तो तुम यहाँ से निकलते हुए $100 देते थे, फिर $50 कर दिया, अब $10 बात क्या है? कहती पहले मैं अकेली थी, मैं अफोर्ड कर सकती थी, फिर मेरी शादी हो गई तो वहाँ खर्चा हो गया, अब मेरे बच्चे हो गए तो अब वहाँ पर खर्चा और बढ़ गया। तो कहता तुम मेरी कमाई में से अपना घर पाल रही है क्या? भिखारी कहते मेरा हक तो ले लेके अपना घर पाल रही है। तो फिर ए वाली गल ना सोचोगी या माफ हो जाएगा। ਰਾਹੁਲ ਜੀ ਦੀ ਗੱਲ ਵਧੀਆ ਲੱਗੀ, ਕਹਿੰਦੇ ਦੇਸੀ ਬਿਜ਼ਨਸਮੈਨ ਆਰ ਈਗਰਲੀ ਵੇਟਿੰਗ। ਠੀਕ ਹੈ, ਚਲੋ ਜੀ ਆਖਰੀ ਕਾਲ ਲਵਾਂਗੇ ਜੀ, ਫਿਰ ਰੈਪ ਅਪ ਕਰਨ ਦੇ ਹੁਕਮ ਨੇ। ਹਾਂਜੀ ਤੇਜਿੰਦਰ ਸਾਹਿਬ ਤੁਸੀਂ ਆਉਂਦੇ ਰਹੋ ਜੀ। ਤੇਜਿੰਦਰ ਸਾਹਿਬ ਆਖਰੀ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ ਪੀਕੇ ਜੀ, ਮੈਨੂੰ 2 ਸਵਾਲ ਆ ਤੁਹਾਨੂੰ। ਇੱਕ ਤਾਂ ਜਿਹੜਾ ਆਪਣੇ ਨਿਊਜ਼ ਅੱਜ ਕੱਲ੍ਹ ਆ ਰਿਹਾ ਵਾ ਬਈ, ਕੱਲ ਅਨਾਊਂਸਮੈਂਟ ਵੀ ਕੀਤੀ ਉਹਨਾਂ ਨੇ ਜਿਹੜੇ ਆਪਣੇ ਵਾਰਡ ਜ਼ੋਨ ਵਾਲੇ ਘਰ ਸੀਗੇ ਡਿਜ਼ਾਈਨ, ਤੇ ਉਹਨਾਂ ਨੂੰ ਕਹਿੰਦੇ ਸੀ ਅਪਰੂਵ ਕਰਨਾ ਚਾਹੁੰਦੇ ਛੇਤੀ ਤਾਂ ਕਿ ਥੋੜੀ ਜਿਹੀ ਇਨਵੈਂਟਰੀ ਵਧੇ। ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ? ਨਹੀਂ ਸਰ, 1 ਜਨਵਰੀ ਤੋਂ ਸਟਾਰਟ ਹੋ ਗਿਆ। 1 ਜਨਵਰੀ ਤੋਂ ਪਹਿਲੀ ਗੱਲ ਤਾਂ ਇਹ 2 ਟੁਕੜੇ ਨੇ। ਇੱਕ ਤੇ ਕੈਨੇਡੀਅਨ ਗਵਰਨਮੈਂਟ ਉਹਨਾਂ ਨਿਊ ਸ਼ਾਰਟ ਟਰਮ ਰੈਂਟਲ ਦਾ ਰੂਲ ਲੈ ਕੇ ਆਏ ਨੇ, ਉਹਦੇ ਨਾਲ ਮਿਲਦਾ ਜੁਲਦਾ ਹੈਗਾ। ਬਰੈਂਪਟਨ ਨੇ 6 ਦਸੰਬਰ ਨੂੰ ਇਹ ਕੀਤਾ ਸੀਗਾ ਸਰ, ਔਰ ਜਿਹਦੇ ਅੰਦਰ ਵਾਰਡ 1, 3, 4, 5 ਐਂਡ 7 ਇਹ ਪਾਇਲਟ ਪ੍ਰੋਗਰਾਮ ਕੀਤਾ ਹੈ। ਇਹ ਜਿਹੜਾ ਏਰੀਆ ਕੋਈ ਪੁੱਛੇਗਾ ਵਾਰਡ ਕਿੱਥੇ ਹੈਗਾ, ਮੈਂ ਦੱਸ ਦਿਆਂ ਅੰਦਾਜ਼ਾ ਸਟੀਲ ਤੋਂ ਸ਼ੁਰੂ ਹੁੰਦਾ ਹੈ, ਬੋਵੇਟ ਤੱਕ ਜਾਂਦਾ ਹੈ, ਔਰ ਇਧਰੋਂ ਮਿਸਾਗਾ ਰੋਡ ਤੋਂ ਸ਼ੁਰੂ ਹੁੰਦਾ ਹੈ, ਟੌਰਬਰਮ ਤੱਕ ਜਾਂਦਾ ਹੈਗਾ। $300 ਫੀਸ ਹੈ। ਲਾਇਸੈਂਸਿੰਗ ਰੱਖੀ ਹੋਈ ਹੈ, ਜਿਹੜੇ ਕਿ ਨਾਨ ਕੰਪਲਾਇੰਟ ਵਾਲੇ ਜਿਹੜੇ ਮੈਂ ਦੇਖ ਰਿਹਾ ਕਿ 2-2, 3-3 ਬੈਡਰੂਮ ਦੇ ਅੰਦਰ 15 ਲੋਕ ਬਿਠਾਏ ਹੋਏ ਨੇ, ਉਹਦੇ ਤੇ ਹਿੱਟ ਕਰਨਾ ਚਾਹੁੰਦੇ ਨੇ ਇਹ ਲੋਕ, ਔਰ ਬੱਚੇ ਭਰੇ ਹੋਏ ਨੇ ਉਹਦੇ ਤੇ ਲਾ ਰਹੇ ਨੇ। ਇਹ ਤੇ 1 ਜਨਵਰੀ ਤੋਂ ਲਾਗੂ ਹੋ ਰਿਹਾ ਹੈ, ਔਰ ਇਹ ਫੀਸ ਦੇ ਉੱਤੇ ਤੁਸੀਂ ਨਾਨ ਕੰਪਲਾਇੰਸ ਵਾਲੇ ਜਿਹੜੇ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਨੇ। ਉਹ ਬਹੁਤ ਵਧੀਆ ਗੱਲ ਹੈ ਸਰ। ਲਾਇਸੈਂਸ ਦੇ ਉੱਤੇ ਤੁਹਾਡੇ ਤੇ ਔਰ ਚੈਕਿੰਗ ਵੀ ਹੋਏਗੀ, ਆ ਕੇ ਦੇਖਿਆ ਜਾਏਗਾ। ਪਾਇਲਟ ਪ੍ਰੋਗਰਾਮ ਹੈਗਾ, ਰੱਬ ਕਰੇ ਕਾਮਯਾਬ ਹੋਏ ਤਾਂ ਕਿ ਸਭ ਲੋਕ ਸੁਧਰ ਜਾਣ। ਔਰ ਇਹਦੇ ਉੱਤੇ ਨਾਲ ਉਹਨਾਂ ਨੇ ਇਹ ਵੀ ਤਾਂ ਕਿਹਾ ਨਾ ਸਰ, ਫੈਡ ਦੇ ਉੱਤੇ ਇਸ ਗੱਲ ਨੂੰ ਵੀ ਕਮੈਂਟ ਕੀਤਾ ਕਿ ਹੁਣ ਜਿਹੜੇ ਸਟੂਡੈਂਟ ਵੀ ਆਣਗੇ ਉਹਨਾਂ ਦੀ ਫਾਈਨੈਂਸ਼ੀਅਲ ਸਟਰੈਂਥ ਵੀ ਦੇਖੀ ਜਾਏਗੀ, ਤਾਂ ਕਿ ਇੱਥੇ ਆ ਕੇ ਇੱਕ ਕਮਰੇ ਦੇ ਅੰਦਰ 4-4 ਦੋਨੋਂ ਪਾਸੇ ਹੋ ਜਾਂਦਾ ਨਾ ਜੀ। ਇੱਕ ਪਾਸੇ ਤੇ ਉਹ ਲੈਂਡਲॉर्ड ਭੁੱਖਾ ਹੋ ਗਿਆ, ਦੂਜੇ ਪਾਸੇ ਵਿਚਾਰੇ ਕਿਡਸ ਜਿਹਨਾਂ ਕੋਲ ਪੈਸੇ ਨਹੀਂ ਹੈਗੇ ਉਹ ਕੀ ਕਮਰੇ 4-4 ਬੜੇ ਹੋਏ ਨੇ। ਹਰ ਚੀਜ਼ ਹੀ ਗਲਤ ਹੈ, ਇੰਸ਼ੋਰੈਂਸ ਪੱਖੋਂ ਵੀ ਗਲਤ ਹੈ, ਹਰ ਚੀਜ਼ ਗਲਤ ਹੈ। ਤੇ ਇਹ ਚੀਜ਼ ਤੇ 1 ਜਨਵਰੀ ਤੋਂ ਲਾਗੂ ਕਰਤੀ ਇਹਨਾਂ ਨੇ, 1 ਜਨਵਰੀ 2024 ਤੋਂ ਪਾਇਲਟ ਪ੍ਰੋਗਰਾਮ ਜੀ। ਠੀਕ ਹੈ ਜੀ, ਬਲਜੀਤ ਸਾਹਿਬ ਨੂੰ ਤੁਹਾਡਾ। ਠੀਕ ਹੈ ਜੀ, ਉਹ ਤਾਂ ਆਪਣੇ ਜਿਹੜੀ ਰੈਂਟਲ ਲਾਇਸੈਂਸਿੰਗ ਫੀਸ ਉਹਦੀ ਗੱਲ ਕਰ ਰਹੇ ਸੀ ਨਾ? ਹਾਂਜੀ। ਅਨਾਉਂਸਮੈਂਟ ਕੀਤੀ ਸੀ ਹਾਊਸਿੰਗ ਮਿਨਿਸਟਰ ਨੇ ਵੀ ਤੇ ਕ੍ਰਿਸਟੀਅਨ ਫਰੀਲੈਂਡ ਜਿਹੜੇ ਆਪਣੇ 1942 ਤੋਂ 47 ਵਾਰ ਤੋਂ ਬਾਅਦ ਜਿਹੜੇ ਆਪਣੇ ਕੋਲਜਰ ਆਏ ਸੀ ਉਹਨਾਂ ਲਈ ਇੱਕ ਪ੍ਰੀ ਡਿਜ਼ਾਈਨਡ ਪਲਾਨ ਘਰਾਂ ਦੇ। ਬਿਲਕੁਲ ਉਹਦੇ ਉੱਤੇ ਅਜੇ ਫਾਈਨਲ ਨਹੀਂ ਹੋਇਆ ਕੁਝ, ਉਹਦੇ ਡਿਸਕਸ਼ਨ ਹੀ ਚੱਲ ਰਿਹਾ ਅਜੇ ਤੇ। ਜੀ। ਠੀਕ ਹੈ ਸਰ, ਥੈਂਕ ਯੂ ਜੀ। ਯੁੱਧੀ ਜੀ ਤੁਸੀਂ ਕੁਝ ਬੋਲ ਰਹੇ ਸੀ? ਹਾਂਜੀ ਮੈਂ ਕਿਹਾ ਬਲਜੀਤ ਸਾਹਿਬ ਨੂੰ ਤੁਹਾਡੀ ਰੋਟੀ ਵਾਲੀ ਐਗਜ਼ਾਮਪਲ ਬਹੁਤ ਪਸੰਦ ਆਈ। ਅੱਛਾ, ਰੋਟੀ ਵਾਲੀ
ਘਰ ਦੀ ਰੋਟੀ ਵੀ ਕਹਿੰਦੇ ਤੁਸੀਂ ਉੱਥੇ ਕਰੀ ਜਾ ਰਹੇ ਹੋ। ਠੀਕ ਹੈ ਜੀ, ਥੈਂਕ ਯੂ ਜੀ। ਔਰ ਸਮੇਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਜਾਣ ਤੋਂ ਪਹਿਲਾਂ ਪੀਕੇ ਜੀ ਕੋਈ ਪ੍ਰੋਜੈਕਟ, ਕੋਈ ਐਨੀਥਿੰਗ ਦੈਟ ਯੂ ਵਾਂਟ ਟੂ ਸੇ, ਪਹਿਲਾਂ ਫੋਨ ਨੰਬਰ ਜੀ ਮੈਂ ਥੈਂਕ ਯੂ, ਬਸ ਮੈਂ ਐਕਸਪਲੇਨ ਕਰਤਾ ਸੀਗਾ, ਮੇਰਾ ਨੰਬਰ ਹੈ 6472994757 6472994757 ਫॉर एनी रियल एस्टेट नीड यू कैन कंटेक्ट मी। जल्दबाजी ना करो, ਅਸੀਂ ਬੈਠਾਂਗੇ, ਮੀਟਿੰਗ ਕਰਾਂਗੇ, ਫਿਰ ਉਧਰੋਂ ਚੱਲਾਂਗੇ, ਚਾਹੇ ਤੁਸੀਂ ਰੀਸੇਲ ਲੈਣਾ ਹੈ, ਚਾਹੇ ਤੁਸੀਂ ਇਨਵੈਸਟਮੈਂਟ ਕਰਨੀ ਹੋਏ, ਜਸਟ ਕੰਟੈਕਟ ਅਸ 6472994757। ਥੈਂਕ ਯੂ ਵੈਰੀ ਮਚ ਜੀਤ ਜੀ। ਥੈਂਕ ਯੂ ਸਰ। ਪੰਕਜ ਜੀ ਸਰਵਿਸਿਜ਼ ਬਾਰੇ ਔਰ ਫੋਨ ਨੰਬਰ। ਬਿਲਕੁਲ, ਕਿਸੇ ਤਰ੍ਹਾਂ ਦੀ ਵੀ, ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ ਜੀ, ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਚਾਹੇ ਲਾਈਫ ਹੈ, ਡਿਸੇਬਿਲਿਟੀ ਹੈ, ਕ੍ਰਿਟੀਕਲ ਹੈ, ਕੋਈ ਵਿਜ਼ਿਟਰ ਆ ਰਿਹਾ ਹੈ, ਤੁਸੀਂ ਬਾਹਰ ਜਾ ਰਹੇ ਹੋ, ਟਰਾਂਸਪੋਰਟ ਤੁਸੀਂ ਯੂਜ਼ ਕਰਦੇ ਹੋ, ਲਾਈਕ ਕਿਸੇ ਤਰ੍ਹਾਂ ਦਾ ਲਾਈਕ ਟਰੱਕਿੰਗ ਵਗੈਰਾ ਚੋਂ ਤੁਹਾਨੂੰ ਇੰਜਰੀ ਦੀ ਚਾਹੀਦੀ ਹੈ, ਆਊਟ ਆਫ ਪ੍ਰੋਵਿੰਸ ਮੈਡੀਕਲ ਚਾਹੀਦਾ ਹੈ, ਇਹ ਸਾਰੀਆਂ ਚੀਜ਼ਾਂ ਵਾਸਤੇ। ਤੇ ਜਿਵੇਂ ਮੈਂ ਪਹਿਲਾਂ ਐਕਸਪਲੇਨ ਕਰ ਰਿਹਾ ਸੀ, ਇਨਵੈਸਟਮੈਂਟ, ਨਵਾਂ ਸਾਲ ਸ਼ੁਰੂ ਹੋ ਰਿਹਾ ਸਰ, ਬਿਲਕੁਲ ਆਪਦੇ ਆਪ ਨੂੰ ਪੋਜੀਸ਼ਨ ਕਰਨਾ ਚਾਹੀਦਾ ਹੈ, ਤੇ ਕਿਸ ਤਰ੍ਹਾਂ ਅਸੀਂ ਮਾਰਕੀਟ ਅਗਾਂਹ ਬਿਹੇਵ ਕਰੇਗੀ ਉਸ ਹਿਸਾਬ ਨਾਲ ਪੋਜੀਸ਼ਨ ਕਰੀਏ, ਬੈਲੈਂਸ ਕਰੀਏ ਤੇ ਮਨੀ ਕਮਾਉਣ ਦੀ ਕੋਸ਼ਿਸ਼ ਕਰੀਏ। ਸੋ ਉਸ ਵਾਸਤੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪੀਕੇ ਜੀ ਨਾਲ ਅੱਗੇ ਚੱਲ ਕੇ ਵੀ ਗੱਲ ਜਾਰੀ ਰਹੇਗੀ ਰੇਡੀਓ ਵਾਇਸ ਤੇ ਔਰ ਚੈਨਲ ਵਾਇਸ ਦੇ ਉੱਤੇ ਹਰ ਵੈਨਸਡੇ ਦੀ ਤਰ੍ਹਾਂ ਸ਼ਾਮ 6:30 ਵਜੇ ਤੁਸੀਂ ਦੇਖ ਸਕਦੇ ਹੈਗੇ ਹੋ। ਬੜੀ ਲੇਟੈਸਟ ਜੋ ਵੀ ਚੀਜ਼ਾਂ ਇੱਕ ਹਫ਼ਤੇ ਜਿਹੜੀਆਂ ਵੀ ਡਿਵੈਲਪਮੈਂਟਸ ਹੁੰਦੀਆਂ ਨੇ, ਚਾਹੇ ਬੈਂਕ ਆਫ ਕੈਨੇਡਾ ਕਰੇਗਾ ਨਹੀਂ ਕਰੇਗਾ, ਰੀਅਲ ਸਟੇਟ ਦੀ ਕਿਹੜੀਆਂ ਖਬਰਾਂ ਨੇ, ਇਕੋਨਮੀ ਦੀ ਕਿੱਥੇ ਆ, ਫਾਈਨੈਂਸ ਦੀ ਕਿੱਥੇ ਆ, ਉਹ ਸਾਰੀ ਜਾਣਕਾਰੀ ਤੁਹਾਨੂੰ ਹਰ ਵੈਨਸਡੇ ਸ਼ਾਮ, ਜੋ ਤੁਸੀਂ ਅੱਜ ਕੱਲ੍ਹ ਬੜਾ ਪਸੰਦ ਕਰ ਰਹੇ ਹੋ, ਵਾਈ ਮੀਡੀਆ ਲਾਈਵ ਅਸੀਂ ਰੋਜ਼ ਸ਼ਾਮ 6:30 ਵਜੇ ਸਟਾਰਟ ਕਰ ਦਿੱਤਾ ਹੈ। ਬਾਕੀ 6 ਦਿਨ ਵਾਈ ਮੀਡੀਆ ਲਾਈਵ ਹੁੰਦਾ ਹੈ, ਇੱਕ ਦਿਨ ਅਸੀਂ ਵਾਈ ਮੀਡੀਆ ਲਾਈਵ ਦੇ ਵਿੱਚ, ਕਿਉਂਕਿ ਲੋਕਲ ਸਾਡਾ ਸੈਗਮੈਂਟ ਹੁੰਦਾ ਹੈ, ਹਰ ਵੈਨਸਡੇ ਪੀਕੇ ਜੀ ਔਰ ਪੰਕਜ ਜੀ ਸ਼ਾਮ 6:30 ਵਜੇ ਤੁਹਾਡੀ ਖਿਦਮਤ 'ਚ ਹਾਜ਼ਰ। ਪੀਕੇ ਜੀ ਥੈਂਕ ਯੂ ਸੋ ਮਚ, ਪੰਕਜ ਜੀ ਥੈਂਕ ਯੂ ਸੋ ਮਚ ਜੀ, ਥੈਂਕ ਯੂ। ਥੈਂਕ ਯੂ ਵੈਰੀ ਮਚ।